महला दूजा। सिखा ने दूजे पातशाह जी नूं पुछिया कि होर कर्म लेखे विच क्यों नहीं लगते। तां गुरु साहब रामकली दी पहली वार विच 14वीं पौड़ी तो पहला ये पावन महला उचारण करके गुरसिखां नूं उपदेश की बख्शिश इंज कर रहे हैं कि जिहड़े वाहिगुरु परमात्मा का नाम मनण तो बिना होर कर्म लेखे विच क्यों नहीं पैंदे। आओ प्यार नाल सुनो जी। जप तप सब किश मनिया। सतगुरु महाराज साहब जी फरमान करते हैं कि गुरां दे उपदेश या परमेश्वर दे नाम दा मनन करन दे नाल ही जप तप आदਿਕ सारा कुछ सफला हुंदा है। जिवें सिफरां जिन्नियां मर्जी लिखी जाओ उन्हां दी कोई कीमत नहीं, पर जे सिफर लिखण तो पहला एका ला दिओ तां जिन्नियां भी सिफरां तुसीं पाओगे ਉਹਦੀ 10 गुना कीमत ਵਧਦੀ जाएगी। सिफर एडी करामाती है। इंज दान मुन प्रभु दे नाम तो बगैर तो सिफर की तरह ने, पर जे एके दी तरह वाहिगुरु नाम जपोगे तो ये जिन्ने जप तप दान पुन ये सब कुछ सफल होंदे ने। गुरां दा जो उपदेश है अवरकारा सब बाद या परमेश्वर दा मनन करन तो बिना होर सारियां कारां फजूल ने, व्यर्थ ही हन। नानक मन्निया मन्निया। सतगुरु श्री गुरु अंगद देव साहब जी महाराज कथन करते हैं कि जिसने वाहिगुरु दे नाम दा मनन कीता है ओह प्रभु दी दरगाह दे विच मन्निया जांदा है। पूजिया गुर प्रसाद। पर गुरां दी कृपा द्वारा ही मनन करना बुझीदा समझीदा है। पौड़ी तीसरे पातशाह धन धन श्री गुरु अमरदास साहब जी महाराज जी दी है, क्योंकि रामकली महला तीजा रामकली की वार महला तीजा जोधा वीर है पूर्वाणी की तोने। ये सरलेख हेठ गुरु महाराज 14वीं पौड़ी उचार रहे हैं। काया हंस तुर मेल। मनुखा दे ही ते हंस जीव आत्मा दा आपस विच मिलाप तुर तो ही आद तो ही करता लिख पाया। करते परमेश्वर ने सबना दे मथे ते लिख के पा दिता है। अब मह गुप्त वरतदा। परमेश्वर सारियां दे विच तू हिरदे गुप्त वसै दिन राती गुप्त रूप हो के वरत रहा है। और मुख प्रगटाया। पर गुरमुखा नू गुरां द्वारा गुप्त रूप प्रगट हो आया है। गुण गावै गुण उच्चरै। गुरमुख जन परमेश्वर दे गुणां नू कीर्तन रूप दे विच गाउंदे ने ਅਤੇ ਜੇ ਸੁਤੇ ਸਿੱਧ ਵੀ ਵਿਚਾਰ ਕਰਨ ਤਾਂ ਵੀ ਗੁਣਾਂ ਦਾ ਹੀ ਉਚਾਰਨ ਕਰਦੇ ਹਨ। ਇਸ ਪ੍ਰਕਾਰ ਗੁਣ ਗਾਵੈ ਗੁਣ ਉਚਰੈ। ਗੁਣਾਂ ਨੂੰ ਬਾਣੀ ਕਰਕੇ ਉਚਰਦੇ ਨੇ ਤੇ ਉਹਨਾਂ ਦਾ ਮਨ ਪਰਮੇਸ਼ਰ ਦੇ ਗੁਣਾਂ ਵਿੱਚ ਹੀ ਹਰ ਵਕਤ ਸੋ ਮਹਾਰਾਜ ਕਹਿੰਦੇ ਨੇ ਗੁਣ ਮਾਹੇ ਸਮਾਇਆ। ਹਰ ਵਕਤ
ਵਕਤ ਗੁਣਾਂ ਵਿੱਚ ਹੀ ਉਹਨਾਂ ਦਾ ਮਨ ਸਮਾਇਆ ਕਹੀਏ ਮਿਲਿਆ ਰਹਿੰਦਾ ਹੈ, ਜਾਂ ਉਹ ਗੁਣੀ ਪਰਮੇਸ਼ਰ 'ਚ ਸਮਾ ਜਾਂਦੇ ਨੇ, ਜਾਂ ਉਹਨਾਂ ਦਾ ਮਨ ਪਰਮੇਸ਼ਰ ਦੇ ਗੁਣ ਗਿਆਨ ਜਾਂ ਪ੍ਰੇਮ ਰੂਪੀ ਗੁਣ ਵਿੱਚ ਸਮਾ ਜਾਂਦਾ ਹੈ। ਸੱਚੀ ਬਾਣੀ ਸੱਚ ਹੈ। ਸਤਿਗੁਰਾਂ ਦੀ ਸੱਚੀ ਬਾਣੀ ਹੈ ਤੇ ਗੁਰਾਂ ਦਾ ਉਪਦੇਸ਼ ਵੀ ਸੱਚਾ ਹੈ। ਸੱਚ ਮੇਲ ਮਿਲਾਇਆ। ਸੱਚ ਨਿਸ਼ਚੈ ਕਰਕੇ ਗੁਰਾਂ ਦੀ ਸੱਚੀ ਬਾਣੀ ਹੈ। ਜਿਨ੍ਹਾਂ ਨੇ ਸ਼੍ਰਵਣ ਮੰਨਣ ਕੀਤੀ ਹੈ ਉਹਨਾਂ ਨੂੰ ਸੱਚੇ ਸਰੂਪ ਦੇ ਮੇਲ ਵਿੱਚ ਸਤਿਗੁਰਾਂ ਨੇ ਮਿਲਾ ਦਿੱਤਾ। ਆਪਦੀ ਬਾਣੀ ਦੇ ਦੁਆਰਾ ਬਾਣੀ ਨੇ ਮਿਲਾਇਆ ਹੈ। ਸਭ ਕਿਛ ਆਪੇ ਆਪ ਹੈ। ਫਿਰ ਉਹਨਾਂ ਦੀ ਐਸੀ ਦ੍ਰਿਸ਼ਟੀ ਹੋ ਜਾਂਦੀ ਹੈ ਕਿ ਸਭ ਕੁਝ ਪਰਮੇਸ਼ਰ ਆਪੇ ਆਪ ਹੈ, ਜਾਂ ਆਪ ਹੀ ਜੀਵ ਰੂਪ ਅਤੇ ਆਪ ਹੀ ਈਸ਼ਰ ਰੂਪ, ਜਾਂ ਆਪਣਾ ਆਪ ਸ਼ੁੱਧ ਸਰੂਪ ਹੀ ਹੈ। ਆਪੇ ਦੇ ਵਡਿਆਈ। ਹਰ ਆਪ ਹੀ ਬ੍ਰਹਮ ਵਿਦਿਆ ਭਗਤੀ ਕਰਨ ਦੀ ਵਡਿਆਈ ਬਖਸ਼ ਦਿੰਦਾ ਹੈ। ਵਾਹ ਵਾਹ ਸੱਚੇ ਪਾਤਸ਼ਾਹ। ਇਹ ਸੱਚੇ ਪਾਤਸ਼ਾਹ ਤੂੰ ਅਚਰਜ ਅਤੇ ਵਿਸਮਾਦ ਰੂਪ ਹੈ। ਤੂੰ ਸੱਚੀ ਨਾਈ। ਅਤੇ ਤੂੰ ਹੀ ਸੱਚੀ ਮਹਿਮਾ ਜਾਂ ਸੱਚੀ ਆਵਾਜ਼ ਵਾਲਾ ਹੈ। ਸ਼ਲੋਕ ਮਹੱਲਾ ਦੂਜਾ। ਇਹ ਜੋ ਵਾਹੋ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ ਵਾਲੀ ਪੰਕਤੀ ਹੈ, ਇਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਹੁਕਮ ਮੁਤਾਬਕ ਹਰ ਪੌੜੀ ਦੀ ਸਮਾਪਤੀ ਤੇ ਪੜ੍ਹਨ ਦੀ ਆਗਿਆ ਹੈ ਤਾਂ ਪੜ੍ਹੀ ਹੈ। ਅੱਗੇ ਸਤਿਗੁਰੂ ਜੀ ਦੂਜੇ ਪਾਤਸ਼ਾਹ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਹੀ 15ਵਾਂ ਸ਼ਲੋਕ ਉਚਾਰਨ ਕਰ ਰਹੇ ਹਨ। ਨਾਨਕ ਅੰਧਾ ਹੋਏ ਕੈ। ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਕਥਨ ਕਰਦੇ ਨੇ ਕਿ ਜੇਕਰ ਕੋਈ ਅੰਨਾ ਨਿਗਾਹ ਤੋਂ ਬਗੈਰ ਪੁਰਖ ਹੋ ਕੇ ਰਤਨਾ ਪਰਖਣ ਰਤਨਾਂ ਜਾਏ। ਨੂੰ ਪਰਖਣ ਲਈ ਜਾਵੇ, ਰਤਨਾ ਸਾਰਨਾ ਜਾਣਾਈ। ਉਹ ਰਤਨਾਂ ਦੀ ਖਬਰਸਾਰ ਨੂੰ ਨਹੀਂ ਜਾਣਦਾ। ਆਵੈ ਆਪ ਲਖਾ। ਪਰ ਆਪਣੇ ਆਪ ਨੂੰ ਜਨਾ ਕਰਕੇ ਆਉਂਦਾ ਹੈ, ਭਾਵ ਉਸ ਪੁਰਖ ਬਾਰੇ ਲੋਕਾਂ ਨੂੰ ਪਤਾ ਲੱਗ ਜਾਂਦਾ ਕਿ ਇਹ ਅੰਨਾ ਹੈ। ਮਹੱਲਾ ਦੂਜਾ। ਦੂਜੇ ਪਾਤਸ਼ਾਹ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਫਰਮਾਉਂਦੇ ਨੇ, ਰਤਨਾ ਕੇਰੀ ਗੁਥਲੀ। ਰਤਨਾਂ ਦੀ ਥੈਲੀ ਰਤਨੀ ਖੋਲੀ ਆਈ। ਜਦ ਰਤਨਾਂ ਦੇ ਪਾਰਖੂ ਜੌਹਰੀ ਨੇ ਆ ਕੇ ਖੋਲਣਾ ਕੀਤੀ। ਵਖਰ ਤੈਵਣ ਜਾਰਿਆ। ਤਦ ਸੌਦਾ ਵੇਚਣ ਵਾਲੇ ਜੌਹਰੀ ਅਤੇ ਵਣਜ ਕਰਨ ਵਾਲੇ ਵਣਜਾਰੀਆਂ ਭਾਵ ਖਰੀਦਣ ਵਾਲੇ ਪੁਰਖ ਦੋਹਾ ਰਹੀ ਸਮਾਈ। ਇਹਨਾਂ ਦੋਹਾਂ ਦੀ ਬੁੱਧੀ ਸਮਾਏ ਮਸਤੀ ਦੇ ਵਿੱਚ ਖਿੜ ਰਹੀ ਹੈ, ਭਾਵ ਰਤਨਾਂ ਦੇ ਤਾਈ ਮਿਖਾਉਣ ਵਾਲੀ ਜੌਹਰੀ ਅਤੇ ਖਰੀਦਣ ਵਾਲੇ ਪੁਰਖ ਨੂੰ ਰਤਨਾਂ ਦੇ ਪ੍ਰਕਾਸ਼ ਨੂੰ ਵੇਖ ਕੇ ਪ੍ਰਸੰਨਤਾ ਹੋ ਰਹੀ ਹੈ। ਹੁਣ ਸਤਿਗੁਰੂ ਮਹਾਰਾਜ ਅੰਤਰੀ ਭਾਵ ਦੇ ਵਿੱਚ ਸਮਝਾ ਰਹੇ ਨੇ ਵੀ ਝੋਟੇ ਅੱਗੇ ਬੀਨ ਵਜਾਉਣ ਦਾ ਕੋਈ ਫਾਇਦਾ ਨਹੀਂ। ਇਉਂ ਮਹਾਰਾਜ ਫਰਮਾਉਂਦੇ ਵੀ ਜਿਹੜੇ ਲੋਕ ਅੰਨੇ ਨੇ ਉਹਨਾਂ ਨੂੰ ਭਾਵੇਂ ਜਿੰਨਾ ਮਰਜ਼ੀ ਗਿਆਨ ਧਿਆਨ ਸੁਣਾਈ ਜਾਓ, ਉਹਨਾਂ ਅੰਨੀ ਦੇਰ ਨਹੀਂ ਰਹਿਣਾ ਹੈ। ਸ਼ਲੋਕ ਮਹੱਲਾ ਦੂਜਾ। ਪਾਤਸ਼ਾਹ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਫਰਮਾਨ ਕਰਦੇ ਵੀ ਸਿਰ ਖਪਾਈ ਨਾ ਕਰੋ, ਆਪਦੀ ਮਾਲਾ ਫੜੋ ਤੇ ਸਤਨਾਮ ਵਾਹਿਗੁਰੂ ਕਰੀ ਜਾਓ। ਇਹੋ ਜਿਹੇ ਲੋਕਾਂ ਦੇ ਪਿੱਛੇ ਨਾ ਪਵੋ। ਨਾਨਕ ਅੰਧਾ ਹੋਏ ਕੈ। ਜਿਹੜਾ ਬੰਦਾ ਹੈ ਹੀ ਅੰਨਾ, ਮਤਲਬ ਕਹਿਣ ਦਾ
ਵੀ ਜਿਨ੍ਹਾਂ ਦੇ ਪ੍ਰਤੱਖ ਅੱਖਾਂ 'ਚ ਨਿਗਾਹ ਨਹੀਂ ਹੈ, ਇਹ ਉਹਨਾਂ ਨੂੰ ਆਪਾਂ ਮਖੌਲ ਨਹੀਂ ਕਰ ਰਹੇ। ਰਾਗੀ ਭਾਈ ਗੁਰਮੇਸ਼ ਸਿੰਘ ਜੀ ਔਰ ਮੇਰੇ ਉਸਤਾਦ ਰਾਗੀ ਪੂਰਨ ਸਿੰਘ ਜੀ ਉਹ ਨੇਤਰਾਂ ਤੋਂ ਮੁਨਾਖੇ ਸਨ। ਉਹਨੂੰ ਮਹਾਰਾਜ ਨੇ ਇਹ ਅੱਖਰ ਨਹੀਂ ਵਰਤਿਆ ਹੈ ਕਿਉਂਕਿ ਉਹਦੇ ਗਿਆਨਵਾਨ ਸੀ। ਰਾਗੀ ਗੁਰਮੇਸ਼ ਸਿੰਘ ਜੀ ਹਜੂਰੀ ਸੱਚਖੰਡ ਹਰਿਮੰਦਰ ਸਾਹਿਬ ਦੇ ਉਹਨਾਂ ਬਰੇਲ ਲਿਪੀ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਇੰਨਾ ਸੁੰਦਰ ਲਿਖਿਆ ਕਿ ਜੋ ਇਹ ਸਮਾਜ ਹੈ ਅੱਖਾਂ ਤੋਂ ਮੁਨਾਖਾ ਉਹ ਸਹਿਜ ਪਾਠ ਕਰਦਾ ਹੈ। ਮੈਂ ਆਪ ਸੁਣਿਆ ਹੈ, ਆ ਮੋਬਾਈਲ ਤੇ ਬੜਾ ਸੋਹਣਾ ਪਾਠ ਹੋ ਰਿਹਾ ਹੈ ਬਰੇਲ ਲਿਪੀ ਦੇ ਨਾਲ, ਹੱਥਾਂ ਦੀ ਉਂਗਲਾਂ ਨਾਲ ਟੋਹ ਕੇ। ਤੋ ਇਸ ਤਰ੍ਹਾਂ ਰਾਗੀ ਪੂਰਨ ਸਿੰਘ ਜੀ ਜਿਨ੍ਹਾਂ ਨੇ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਪਿੰਡਾਂ ਵਾਲੇ ਮਹਾਂਪੁਰਖਾਂ ਦੇ ਹੁਕਮ ਮੁਤਾਬਕ 25-30 ਸਾਲ ਦੇ ਕਰੀਬ ਗੁਰਦੁਆਰਾ ਗੁਰੂ ਦਰਸ਼ਨ ਪ੍ਰਕਾਸ਼ ਚੌਂਕ ਮਹਿਤਾ ਦਮਦਮੇ ਟਕਸਾਲ ਦੇ ਵਿਦਿਆਰਥੀਆਂ ਨੂੰ ਕੀਰਤਨ ਦੀ ਸਿਖਲਾਈ ਦਿੱਤੀ। ਉਹਨਾਂ ਦੇ ਸਿੱਖੇ ਹੋਏ ਰਾਗੀ ਅੱਜ ਵੀ ਹਰਿਮੰਦਰ ਸਾਹਿਬ ਡਿਊਟੀ ਨਿਭਾ ਰਹੇ ਨੇ। ਕੈਨੇਡਾ, ਅਮਰੀਕਾ ਅਨੇਕਾਂ ਜਗ੍ਹਾ 'ਤੇ ਸੰਗਤਾਂ ਦੀ ਸੇਵਾ ਕਰ ਰਹੇ ਨੇ। ਤੇ ਇਸ ਵਾਸਤੇ ਉਹ ਤਾਂ ਗਿਆਨਵਾਨ ਮਹਾਂਪੁਰਖ ਨੇ, ਅੰਨੇ ਥੋੜੋ ਨੇ। ਪਾਤਸ਼ਾਹ ਫਰਮਾਉਂਦੇ ਨੇ ਅੰਦੇ ਇਹ ਨਾ ਆਖੀਆਂ ਜਿਨ ਮੁਖ ਲੋਇਣ ਨਾਹੇ। ਇਹ ਗੁਰਮੁਖੋ ਕਿਤੇ ਤੁਸੀਂ ਪੱਲੇ ਨਾ ਰਿਓ ਕਿ ਅਸੀਂ ਗਲਤ ਲਫ਼ਜ਼ ਵਰਤ ਰਹੇ ਹਾਂ, ਕਿਸੇ ਨੂੰ ਮਖੌਲ ਨਹੀਂ ਕਰੀਦਾ। ਜਿਹੜਾ ਅੰਨਾ ਲਫ਼ਜ਼ ਹੈ ਉਹਨਾਂ ਲਈ ਨਹੀਂ ਵਰਤਿਆ ਜਿਨ੍ਹਾਂ ਦੀ ਪ੍ਰਤੱਖ ਅੱਖਾਂ 'ਚ ਨਿਗਾਹ ਨਹੀਂ ਹੈ, ਜਿਨ੍ਹਾਂ ਦੇ ਹਿਰਦੇ ਦੇ ਅੰਦਰ ਮਨ ਬੁੱਧ ਰੂਪ ਗਿਆਨ ਦੇ ਨੇਤਰ ਨਹੀਂ ਹਨ। ਜਿਨ ਮੁਖ ਲੋਏ ਨਾਹੇ, ਜਿਨ੍ਹਾਂ ਦੇ ਮੁਖ ਵਾਲੇ ਨੇਤਰ ਕੰਮ ਨਹੀਂ ਕਰਦੇ ਉਹਨੇ ਨਹੀਂ। ਅੰਧੇ ਸੇ ਹੀ ਨਾਨਕਾ ਖਸਮੋਂ ਕਿੱਥੇ ਜਾਏ। ਅੰਨੇ ਉਹ ਨੇ ਸਾਹਿਬ ਕਥਨ ਕਰਦੇ ਜੋ ਮਾਲਕ ਪ੍ਰਭੂ ਪਰਮਾਤਮਾ ਤੋਂ ਖੁੰਝੇ ਜਾ ਰਹੇ ਹਨ, ਵਾਹਿਗੁਰੂ ਅਕਾਲ ਪੁਰਖ ਪਰਮਾਤਮਾ ਤੋਂ ਭੁੱਲੇ ਜਾ ਰਹੇ ਨੇ। ਉਹ ਸਾਧ ਸੰਗਤ ਜੀ ਅੰਨੇ ਹਨ। ਇਸ ਵਾਸਤੇ ਸੋ ਮਹਾਰਾਜ ਫਰਮਾਉਂਦੇ ਨੇ ਕਿ ਜਿਹੜਾ ਪੁਰਖ ਵੈਰਾਗ ਵਿਵੇਕ ਰੂਪ ਜਾਂ ਸੁਰਤੀ ਸਿਮਰਤੀ ਰੂਪ ਨੇਤਰਾਂ ਤੋਂ ਹੀਣਾ ਹੋਣ ਕਰਕੇ, ਅੰਨਾ ਅਗਿਆਨੀ ਹੋਣ ਕਰਕੇ ਗੁਰਾਂ ਦੇ ਸ਼ਬਦ ਰੂਪ ਜਾਂ ਰਤਨਾ ਪਰਖਣ ਜਾਈ। ਸ਼ੁਭ ਗੁਣਾ ਰੂਪੀ ਰਤਨਾਂ ਨੂੰ ਪਰਖਣ ਵਾਸਤੇ ਸਤਸੰਗ ਦੇ ਵੀ ਜਾਂਦਾ ਹੈ। ਉਹ ਗੁਰਾਂ ਦੇ ਸ਼ਬਦ ਜਾਂ ਸ਼ੁਭ ਗੁਣਾ ਰੂਪੀ ਰਤਨ ਦੀ ਉੱਕਾ ਹੀ ਖਬਰਸਾਰ ਨੂੰ ਨਹੀਂ ਜਾਣਦਾ, ਪਰ ਉਹ ਸਤਸੰਗੀਆਂ ਦੇ ਵਿੱਚ ਆਪਣਾ ਅਗਿਆਨ ਗੁਣਾ ਜਣਾ ਆਉਂਦਾ ਹੈ। ਮਹਲਾ ਦੂਜਾ। ਦੂਜੇ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਫਰਮਾਨ ਕਰਦੇ ਹਨ। ਰਤਨਾ ਕੇਰੀ ਕੁਥਲੀ। ਇਹ ਗੁਰਮੁਖੋ ਜੋ ਗੁਰਾਂ ਦੇ ਸ਼ਬਦ ਰੂਪ ਰਤਨਾਂ ਦੀ ਗੁਥਲੀ ਹੈ, ਜੋ ਸਤ ਸੰਤੋਖ ਧੀਰਜ ਦਇਆ ਧਰਮ ਵਿਚਾਰ ਇਤਿਆਦਿਕ ਸ਼ੁਭ ਗੁਣ ਹਨ, ਜਾਂ ਜੋ ਗੁਰੂ ਮਹਾਰਾਜ ਜੀ ਦੇ ਸ਼ਬਦ ਰੂਪ ਇਹ ਰਤਨਾਂ ਦੀ ਗੁਥਲੀ ਹੈ, ਜਾਂ ਭਗਤੀ ਰੂਪ ਜਿਹੜੀ ਥੈਲੀ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਮ ਦੀ। ਰਤਨੀ ਖੋਲੀ ਆਈ। ਸੋ ਜਦ ਗੁਰਾਂ ਦੇ ਸ਼ਬਦ ਜਾਂ ਸ਼ੁਭ ਗੁਣਾ ਰੂਪੀ ਰਤਨਾਂ ਦੇ ਪਾਰਖੋ ਸਤਸੰਗੀ ਅਧਿਕਾਰੀਆਂ ਨੇ ਆ ਕੇ ਸਤਸੰਗ ਦੇ ਵਿੱਚ ਖੋਲ੍ਹਣਾ ਭਾਵ ਪ੍ਰਗਟ ਕੀਤੀ ਹੈ। ਵਖਰ ਤੈਵਣ ਜਾਰਿਆ। ਮਹਾਰਾਜ ਸੱਚੇ ਪਾਤਸ਼ਾਹ ਜੀ ਕਥਨ ਕਰਦੇ ਨੇ ਕਿ ਜਿਹੜੇ ਵੱਖਰ ਖਰੀਦਣ ਵਾਲੇ ਹਨ, ਸੌਦਾ
ਖਰੀਦਣ ਵਾਲੇ, ਸੋ ਜਿਹੜੇ ਨਾਮ ਦਾ ਸੌਦਾ ਖਰੀਦਣ ਵਾਲੇ ਸਤਸੰਗੀ ਅਧਿਕਾਰੀ ਪੁਰਖ, ਉਹਨਾਂ ਨੂੰ ਵਣਜਾਰੇ ਆਖਿਆ। ਅਤੇ ਤਨ ਮਨ ਧਨ ਦੇ ਕੇ ਜਗਿਆਸੂ ਰੂਪ ਜਿਹੜੇ ਵਣਜਾਰੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਮ ਦਾ ਸੌਦਾ ਖਰੀਦੇ ਹਨ। ਦੋਹਾ ਰਹੀ ਸਮਾਏ। ਸਾਧ ਸੰਗਤ ਜੀਓ, ਇਹਨਾਂ ਦੋਹਾਂ ਦੀ ਬੁੱਧੀ ਨਾਮ ਦੀ ਮਸਤੀ ਦੇ ਵਿੱਚ ਖੇਡ ਰਹੀ ਹੈ, ਜਾਂ ਦੋਹਾਂ ਨੂੰ ਨਾਮ ਦੀ ਖੋਜ ਬਾਬਤ ਸੁਣ ਕੇ ਜਾਂ ਪਰਮਾਰਥ ਦੀ ਖੋਜ ਨੂੰ ਸੁਣ ਕੇ ਮਸਤੀ ਆ ਰਹੀ ਹੈ, ਜਾਂ ਤਤ ਸਰੂਪ ਦਾ ਕਥਨ ਕਰਕੇ ਸੱਚ ਸਰੂਪ ਦੀ ਪ੍ਰਾਪਤੀ ਰੂਪ ਮਸਤੀ ਆ ਰਹੀ ਹੈ। ਜਿਨ ਗੁਣ ਪੱਲੇ ਨਾਨਕਾ। ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਕਥਨ ਕਰਦੇ ਨੇ ਕਿ ਜਿਨ੍ਹਾਂ ਦੇ ਹਿਰਦੇ ਰੂਪੀ ਪੱਲੇ, ਹਿਰਦੇ ਰੂਪੀ ਲੜ ਦੇ ਵਿੱਚ ਸਤ, ਸੰਤੋਖ, ਦਇਆ, ਧਰਮ ਆਦਿਕ ਸ਼ੁਭ ਗੁਣ ਹਨ। ਮਾਣਕ ਵਣਜਹਿ ਸੇ। ਉਹ ਤਨ ਮਨ ਧਨ ਦੇ ਕੇ ਸਰਵਣ ਮੰਨਣ ਨਿਧਿਆਸਨ ਰੂਪ ਮਾਣਕ ਨੂੰ ਖਰੀਦਦੇ ਹਨ। ਰਤਨਾ ਸਾਰ ਨਾ ਜਾਣਾਈ। ਜਿਹੜੇ ਪੁਰਖ ਗੁਰੂ ਸਾਹਿਬ ਜੀ ਦੇ ਸ਼ਬਦ ਰੂਪੀ ਰਤਨ ਦੀ ਖਬਰਸਾਰ ਨੂੰ ਨਹੀਂ ਜਾਣਦੇ, ਇਸੇ ਪ੍ਰਕਾਰ ਰਤਨਾ ਸਾਰ ਨਾ ਜਾਣਾਈ। ਆਗਾਤਕ ਸ਼ੁਭ ਗੁਣਾ ਰੂਪੀ ਰਤਨਾਂ ਦੀ ਜਿਹੜੇ ਸੰਭਾਲ ਨਹੀਂ ਜਾਣਦੇ। ਅੰਦੇ ਵਤ ਹੈ ਲੋਏ। ਉਹ ਅੰਨੇ ਅਗਿਆਨੀ ਨੂੰ ਅੰਨੇ ਆਖਿਆ। ਉਹ ਪੁਰਖ ਅਗਿਆਨ ਦੇ ਸਹਿਤ ਲੋਕਾਂ ਦੇ ਵਿੱਚ ਵਤੈ ਹੈ ਫਿਰਦੇ ਹਨ। ਜਾਂ ਇਸੇ ਪ੍ਰਕਾਰ ਅੰਦੇ ਵਤ ਹੈ ਲੋਏ। ਉਹ ਅਗਿਆਨੀ ਪੁਰਖ ਆਪਣੇ ਆਪ ਨੂੰ ਗਿਆਨ ਦੇ ਲੋਏ ਪ੍ਰਕਾਸ਼ ਵਾਲੇ ਕਹਾਉਂਦੇ ਤੁਰੇ ਫਿਰਦੇ ਹਨ। ਇਸੇ ਪ੍ਰਕਾਰ ਅੰਦੇ ਵਤ ਹੈ ਲੋਏ। ਉਹ ਲੋਏ ਪ੍ਰਕਾਸ਼ ਰੂਪ ਬ੍ਰਹਮ ਦੀ ਪ੍ਰਾਪਤੀ ਵੱਲੋਂ ਅੰਧੇ ਹੋਏ ਫਿਰਦੇ ਹਨ। ਪੌੜੀ। ਤੀਜੇ ਪਾਤਸ਼ਾਹ ਧੰਨ ਸਤਿਗੁਰੂ ਅਮਰਦਾਸ ਸਾਹਿਬ ਜੀ ਉਚਾਰ ਰਹੇ ਨੇ। ਨੌ ਦਰਵਾਜੇ ਕਾਇਆ ਕੂਟ ਹੈ। ਜੋ ਸਥੂਲ ਕਾਇਆ ਦੇਹ ਹੈ, ਇੱਕ ਕਿਲਾ ਹੈ, ਔਰ ਇਸ ਦੇ ਵਿੱਚ 9 ਦਰਵਾਜੇ, 9 ਦੁਆਰੇ ਪ੍ਰਗਟ ਕੀਏ। ਪ੍ਰਗਟ ਦਰਵਾਜੇ ਖੁੱਲੇ ਨੇ, ਅੱਖਾਂ ਵੀ ਦਰਵਾਜ਼ਾ ਨੇ, ਨੱਕ ਵੀ ਦਰਵਾਜ਼ਾ ਹੈ, ਮੂੰਹ ਵੀ ਦਰਵਾਜ਼ਾ ਹੈ। ਇੰਜ 9 ਦਰਵਾਜੇ ਪ੍ਰਗਟ ਹਨ। ਦਸਵੈ ਗੁਪਤ ਰਖੀਜੈ। ਜਿਹੜਾ 10ਵਾਂ ਦੁਆਰ ਸਾਡੇ ਜੋੜੇ ਦੇ ਹੇਠਾਂ ਹੈ, ਉੱਪਰ ਇਹ ਛੁਪਾ ਕੇ ਰੱਖਿਆ ਹੋਇਆ ਵਾਹਿਗੁਰੂ ਜੀ ਨੇ। ਇਸੇ ਪ੍ਰਕਾਰ 9 ਦਰਵਾਜੇ ਕਾਇਆ ਕੂਟ ਹੈ। ਦੇਹ ਰੂਪ ਕਿਲੇ ਦੇ ਅੰਦਰ 9 ਗੋਲਕਾਂ ਰੂਪ 9 ਦਰਵਾਜੇ ਹਨ। ਦਸਵੈ ਗੁਪਤ ਰਖੀਜੈ। ਅਤੇ 10ਵਾਂ ਚੇਤਨ ਉਹਨੇ ਆਪਣੇ ਆਪ ਨੂੰ ਗੁਪਤ ਰੱਖਿਆ ਹੋਇਆ ਹੈ। ਇਸੇ ਤਰ੍ਹਾਂ 9 ਦਰਵਾਜੇ ਕਾਇਆ ਕੂਟ ਹੈ। ਦੇਹ ਰੂਪ ਕਿਲੇ ਦੇ ਵਿੱਚ 9 ਗੋਲਕਾਂ ਰੂਪ 9 ਦਰਵਾਜੇ ਹਨ। ਅਤੇ 10ਵਾਂ ਜੋ ਚੇਤਨ ਹੈ ਉਸਨੇ ਦਸਵੈ ਗੁਪਤ ਰਖੀਜੈ। ਉਸਨੇ ਆਪਣੇ ਆਪ ਨੂੰ ਗੁਪਤ ਰੱਖਿਆ ਹੋਇਆ ਹੈ। ਇਸੇ ਪ੍ਰਕਾਰ ਦਸਵੈ ਗੁਪਤ ਰਖੀਜੈ। 10ਵਾਂ ਜੋ ਮਨ ਹੈ ਉਸ ਅੰਦਰ ਪਰਮੇਸ਼ਰ ਨੇ ਆਪਣੀ ਜੋਤ ਨੂੰ ਗੁਪਤ ਰੱਖਿਆ ਹੈ। ਜਿਨ੍ਹਾਂ ਨੇ ਸਮਦਵ ਸਾਧਨਾਂ ਦੁਆਰਾ 9 ਗੋਲਕਾਂ ਨੂੰ ਦਮਨ ਕੀਤਾ ਹੈ, ਉਹਨਾਂ ਨੂੰ ਉਸ ਦੀ ਪ੍ਰਾਪਤੀ ਹੁੰਦੀ ਹੈ। ਪੰਜਰ ਕਪਾਟ ਨਾ ਖੁੱਲਣੀ। ਪੱਥਰ ਵਾਂਗ ਸਖਤ 5 ਕੋਸ਼ਾਂ ਰੂਪੀ, ਜਾਂ ਆਸਾ ਅੰਦੇਸ਼ਾ ਰੂਪੀ, ਜਾਂ 6 ਚੱਕਰਾਂ ਰੂਪੀ ਕਪਟਨਾਮੇ ਤਖਤੇ ਇਹ ਆਪਣੇ ਆਪ ਯਤਨ ਕਰਕੇ ਖੁੱਲ੍ਹਦੇ ਨਹੀਂ ਹਨ। ਨਹੀਂ ਤਾਂ ਡਾਕਟਰ ਆਪਰੇਸ਼ਨ ਕਰਕੇ ਖੋਲ੍ਹੀ ਜਾਣ 10ਵਾਂ ਦੁਆਰ ਵੀ, ਤੇ
ਇਸੇ ਤਰ੍ਹਾਂ 5 ਕੋਸ਼ ਵੀ 6 ਚੱਕਰ। ਇਹ ਬਹੁਤ ਬਰੀਕ ਕਿਸਮ ਦੀ ਰਚਨਾ ਹੈ ਜੋ ਕਿਸੇ ਨੂੰ ਦਿਖਦੀ ਨਹੀਂ ਹੈ। ਗੁਰ ਸ਼ਬਦ ਖੁੱਲੀਜੈ, ਗੁਰਾਂ ਦੇ ਉਪਦੇਸ਼ ਦੀ ਕਮਾਈ ਕਰਕੇ ਵਾਹਿਗੁਰੂ 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 ਕਰਨ ਦੇ ਨਾਲ ਹੀ ਇਹ ਖੁੱਲ੍ਹਦੇ ਹਨ। ਅਨਹਦ ਵਾਜੇ ਧੁਨ ਵੱਜਦੇ। ਜਿਵੇਂ ਤੁਸੀਂ ਗੁਰਦੁਆਰੇ ਦੇ ਬਾਹਰ ਤੁਰੇ ਫਿਰੋ, ਗੱਲ ਥੋੜੋ ਬਣੇਗੀ। ਕਿਸੇ ਨੂੰ ਬੰਦਾ ਘਰ ਦੇ ਆਂਦਾ ਹੀ ਕੋਈ ਕੰਮ ਕੁੰਮ ਕਰੇ, ਮੱਝਾਂ ਚੋਣ ਦਾ ਟਾਈਮ ਹੈ, ਆਪਦਾ ਘਰ ਦੇ ਆਂਦਾ ਕੋਈ ਸਵਾਰੇ। ਜੇ ਗੁਰਦੁਆਰੇ ਆਇਆ ਤੇ ਅੰਦਰ ਵੜ ਕੇ ਬੈਠੇ, ਆਵਾਜ਼ੇ ਗਾਜੇ ਮਹਾਰਾਜ ਦੀ ਬਾਣੀ ਦਾ ਅੰਦਰ ਹੀ ਸੁਣੋਗੀ ਬਹਿ ਕੇ। ਤੋ ਇੰਜ ਜਿਹਦੇ ਤੇ ਵਾਹਿਗੁਰੂ ਨੇ ਕਰਤੀ ਕਿਰਪਾ ਤੇ ਅੰਦਰ ਵੜ ਗਿਆ ਹੈ ਤੇ ਜੋ ਗੁਰੂ ਉਪਦੇਸ਼ ਨੂੰ ਸ਼ਰਧਾ ਤੇ ਵਿਸ਼ਵਾਸ ਰੂਪੀ ਕੰਨਾਂ ਦੁਆਰਾ ਸੁਣਦਾ ਹੈ, ਉਹਦੇ 10ਵੇਂ ਦੁਆਰ ਜਾਂ ਹਿਰਦੇ ਵਿੱਚ ਅਨਹਦ ਇੱਕ ਰਸ ਵਾਹਿਗੁਰੂ 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 ਨਾਮ ਦੀ ਸੁੰਦਰ ਧੁਨ। ਇਹ ਸੰਗੀਤਮਈ ਜਿਸ ਤਰ੍ਹਾਂ ਵਾਜੇ ਵੱਜਦੇ ਨੇ, ਇਸ ਤਰ੍ਹਾਂ ਬਹੁਤ ਹੀ ਸੁੰਦਰ ਵਾਹਿਗੁਰੂ ਵਾਹਿਗੁਰੂ ਤਾਲ ਦੇ ਵਿੱਚ, ਸੁਰ ਦੇ ਵਿੱਚ ਇਹ ਸੁਣਾਈ ਦਿੰਦਾ ਹੈ। ਚਿੱਤ ਦੀ ਇਕਾਗਰਤਾ ਦੇ ਵਿੱਚ ਹੀ ਸਾਰੀਆਂ ਗੱਲਾਂ ਬਾਤਾਂ ਨੇ। ਤੋ ਇੰਜ ਸੰਗਤ 'ਚ ਬੈਠ ਕੇ ਚਿੱਤ ਇਕਾਗਰ ਹੁੰਦਾ ਹੈ ਤਾਂ ਫਿਰ ਇੱਕ ਰਸ ਸੁੰਦਰ ਧੁਨੀ ਵਾਲੇ ਵਾਹਿਗੁਰੂ ਨਾਮ ਰੂਪੀ ਵਾਜੇ ਵੱਜਦੇ ਸੋਹਣੇ ਆਉਂਦੇ ਹਨ। ਇਸੇ ਪ੍ਰਕਾਰ ਅਨਹਦ ਵਾਜੇ ਧੁਨ ਵੱਜਦੇ। ਜੋ ਹੱਦ ਤੋਂ ਰਹਿਤ ਇੱਕ ਰਸ ਵਾਜੇ ਪ੍ਰਗਟ ਰੂਪ ਪਰਮੇਸ਼ਰ ਹੈ, ਜਿਹੜਾ ਉਸ ਨੂੰ ਸੁੰਦਰ ਧੁਨੀ ਦੁਆਰਾ ਵਾਹਿਗੁਰੂ ਵਾਹਿਗੁਰੂ ਕਰਕੇ ਬੋਲਦਾ ਉਚਾਰਦਾ ਹੈ। ਗੁਰ ਸ਼ਬਦ ਸੁਣੀਜੈ। ਉਪਦੇਸ਼ ਦੁਆਰਾ ਬ੍ਰਹਮ ਸਰੂਪ ਦੀ ਪ੍ਰਾਪਤੀ ਵਾਲੀ ਗੁਪਤੀ ਬਾਣੀ ਨੂੰ ਸ਼ਰਧਾ ਤੇ ਵਿਸ਼ਵਾਸ ਰੂਪ ਕੰਨਾਂ ਦੁਆਰਾ ਸੁਣਦਾ ਹੈ। ਚਿਤ ਘਟ ਅੰਤਰ ਚਾਨਣਾ। ਉਸਦੇ ਹਿਰਦੇ ਦੇ ਵਿੱਚ ਗੁਰੂ ਉਪਦੇਸ਼ ਦੁਆਰਾ ਅਪਰੋਗ ਗਿਆਨ ਦਾ ਪ੍ਰਕਾਸ਼ ਹੁੰਦਾ ਹੈ। ਕਰ ਭਗਤ ਮਿਲੀਜੈ। ਪ੍ਰੇਮਾ ਭਗਤੀ ਕਰਕੇ ਹਰੀ ਦੇ ਨਾਲ ਮਿਲ ਜਾਂਦਾ ਹੈ। ਸਭ ਮਹਿ ਏਕ ਵਰਤਦਾ। ਸਾਰਿਆਂ ਦੇ ਵਿੱਚ ਉਹ ਇੱਕੋ ਅਦਵੈਤ ਰੂਪ ਪਰਮੇਸ਼ਰ ਵਰਤ ਰਿਹਾ ਹੈ। ਜਿਨੇ ਆਪੇ ਰਚਨ ਰਚਾਈ। ਜਿਸ ਨੇ ਆਪ ਹੀ 5 ਸਥੂਲ ਤੱਤਾਂ ਨੂੰ ਰਚ ਕੇ ਸਥੂਲ ਸ੍ਰਿਸ਼ਟੀ ਤੇ 5 ਸੂਖਮ ਤੱਤ ਰਚ ਕੇ ਸੂਖਮ ਸ੍ਰਿਸ਼ਟੀ ਦੀ ਰਚਨਾ ਰਚਾਉਣਾ ਕੀਤੀ ਹੈ। ਵਾਹੁ ਵਾਹੁ ਸੱਚੇ ਪਾਤਸ਼ਾਹ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਹੁਕਮ ਕੀਤਾ ਹੈ ਕਿ ਜੋਧਾ ਵੀਰ ਹੈ ਪੂਰਬਾਣੀ ਦੀ ਵਾਰ ਦੀਆਂ ਪੌੜੀਆਂ ਦੀਆਂ 6 ਪੰਕਤੀਆਂ ਸੀਗੀਆਂ। ਇਸ ਵਾਰ ਦੀਆਂ 5 ਪੰਕਤੀਆਂ ਨੇ 6 ਪੂਰੀਆਂ ਕਰਨ ਲਈ, ਕਿਉਂਕਿ ਧੁਨੀ ਜੋ ਦੀ ਚੜ੍ਹਾਈ ਹੈ। ਆ ਜਿਹੜੀ ਰਹਾਉ ਵਾਲੀ ਪੰਕਤੀ ਹੈ, ਵਾਹਿਗੁਰੂ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ, ਇਹ ਹਰ ਪੌੜੀ ਦੀ ਸਮਾਪਤੀ ਤੋਂ ਬਾਅਦ ਪੜ੍ਹਨੀ ਹੈ ਕਿ ਇਹ ਸੱਚੇ ਪਾਤਸ਼ਾਹ ਤੂੰ ਅਚਰਜ ਅਤੇ ਵਿਸਮਾਦ ਰੂਪ ਹੈ। ਤੂੰ ਸੱਚੀ ਨਾਈ। ਤੂੰ ਆਪ ਹੀ ਸੱਚੀ ਮਹਿਮਾ ਸੱਚੀ ਆਵਾਜ਼ ਵਾਲਾ ਹੈ। ਸਲੋਕ ਮਹਲਾ ਦੂਜਾ। ਦੂਜੇ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਪਾਵਨ ਸ਼ਲੋਕ ਉਚਾਰ ਰਹੇ ਹਨ। ਅੰਧੇ ਕੈ ਰਾਹੇ ਦੱਸਿਆ। ਪਹਿਲਾ ਅਰਥ ਅੰਨੇ ਪੁਰਖ ਦੇ ਰਸਤਾ ਦੱਸਣ ਤੋਂ। ਅੰਧਾ ਹੋਏ ਸੋ ਜਾਏ। ਅੰਨਾ ਪੁਰਖ ਹੁੰਦਾ ਹੈ ਉਹੀ ਉਸ ਰਸਤੇ ਜਾਣਾ ਕਰੇਗਾ। ਹੋਏ ਸੁਜਾਖਾ ਨਾਨਕਾ। ਸਤਿਗੁਰੂ ਅੰਗਦ ਦੇਵ ਜੀ ਮਹਾਰਾਜ ਕਥਨ ਕਰਦੇ ਨੇ ਕਿ ਜੋ ਪੁਰਖ ਮਨਾਖਾ ਅੰਨੇ ਦੇ ਉਲਟ ਜਿਹਨੂੰ ਦਿਸਦਾ ਹੋਵੇ ਉਹ ਸੋ ਦਿਸਣ ਵਾਲਾ ਅੱਖਾਂ ਤੋਂ ਦਿਸਣ ਵਾਲਾ ਪੁਰਖ ਹੋਵੇ। ਸੋ ਕਿਉ ਉਜੜ ਪਾਏ। ਉਹ ਕਿਵੇਂ ਅੰਨੇ
ਦੇ ਦੱਸੇ ਹੋਏ ਉਜਾੜ ਵਾਲੇ ਰਸਤੇ 'ਚ ਪੈ ਸਕਦਾ, ਜਿਹਨੂੰ ਰੋਹੀ ਵੀ ਕਹਿੰਦੇ ਨੇ ਮਾਲਵੇ 'ਚ, ਮਤਲਬ ਰੋਹੀ ਦੇ ਇਲਾਕੇ 'ਚ ਉਹ ਨਹੀਂ ਪੈ ਸਕਦਾ। ਪਤਾ ਵੀ ਅੱਗੇ ਕੋਈ ਪਾਣੀ ਧਾਣੀ ਕੋਈ ਚੀਜ਼ ਦਾ ਪ੍ਰਬੰਧ ਨਹੀਂ, ਕੋਈ ਬੰਦਾ ਨਹੀਂ, ਕੋਈ ਪਰਿੰਦਾ ਨਹੀਂ। ਤੋ ਇਸੇ ਪ੍ਰਕਾਰ ਅੰਦੇ ਕੈ ਰਾਹੇ ਦੱਸਿਆ। ਪਹਿਲਾਂ ਵੀ ਬੇਨਤੀ ਕੀਤੀ ਹੈ ਕਿ ਗੁਰੂ ਸਾਹਿਬ ਨੇ ਜਿਨ੍ਹਾਂ ਨੂੰ ਦਿਖਦਾ ਨਹੀਂ ਉਹਨਾਂ ਨੂੰ ਅੰਨੇ ਨਹੀਂ ਕਿਹਾ ਹੈ। ਅੰਨੇ ਜਿਹੜੇ ਮਨਬੁੱਧ ਰੂਪ ਨੇਤਰਾਂ ਤੋਂ ਹੀਣ ਹੈ, ਬ੍ਰਹਮ ਗਿਆਨ ਰੂਪ ਨਿਗਾਹ ਤੋਂ ਹੀਣ ਹੈ, ਅਗਿਆਨੀ ਪੁਰਖਾਂ ਦਾ ਨਾਮ ਹੈ। ਉਹ ਦੁਨਿਆਵੀ ਵਿਹਾਰਾਂ ਰੂਪੀ ਉਹਨਾਂ ਦੀ ਰਸਤਾ ਦੱਸਣ ਤੋਂ, ਭਾਵ ਉਪਦੇਸ਼ ਦੇਣ ਤੋਂ ਅੰਧਾ ਹੋਏ ਸੋ ਜਾਏ। ਆਪ ਗਿਆਨ ਰੂਪੀ ਨਿਗਾਹ ਤੋਂ ਹੀਣਾ ਗਿਆਨੀ ਬੇਸਮਝ ਹੁੰਦਾ, ਉਹੀ ਜਾਂਦਾ ਹੀ ਨਾ, ਭਾਵ ਉਹੀ ਉਸ ਗਿਆਨੀ ਦੇ ਉਪਦੇਸ਼ ਨੂੰ ਧਾਰਦਾ ਹੈ। ਮੈਨੂੰ ਤਾਂ ਜੇ ਕੋਈ ਸਲਾਹ ਦੇਵੇ, ਸੱਚੀ ਗੱਲ ਹੈ, ਕਵੇ ਨਾ ਵੀ ਤੁਹਾਡਾ ਵੀਜ਼ਾ ਲਵਾ ਦਿੰਦੇ ਬਾਹਰ ਕੈਨੇਡਾ ਅਮਰੀਕਾ, ਉਹਨੂੰ ਪਹਿਲਾਂ ਇਹ ਕਹੀਦਾ ਵੀ ਤੂੰ ਜਾ, ਪਹਿਲਾਂ ਤੂੰ ਤਾਂ ਇੱਥੇ ਭੁੱਖਾ ਮਰਦਾ ਹੈ, ਤੂੰ ਸਾਨੂੰ ਕੀ ਭੇਜੂਗਾ? ਸਤਿ ਸ੍ਰੀ ਅਕਾਲ, ਆਪਦਾ ਕੰਮ ਕਰ। ਦੁਨੀਆ ਹੱਥਾਂ ਤੇ ਹੱਥ ਮਾਰ ਕੇ ਲੁੱਟਦੀ ਪਈ ਹੈ, ਤੇ ਤੁਸੀਂ ਰੁਪਈਆ ਦਿਓ ਤੁਹਾਡਾ 100 ਬਣਾ ਦਿਆਂਗੇ। ਬੰਦਾ ਪੁੱਛੇ ਵੀ ਤੈਨੂੰ ਕਿਸੇ ਨੇ ਆਖਿਆ? ਤੂੰ ਆਪਦੇ ਬਣਾ ਦੇ, ਘਰ ਰਾਜੀ ਰਹੋ, ਅਸੀਂ ਤੁਹਾਡੀ ਮਦਦ ਕਰਦੇ ਹਾਂ ਜੀ। ਪਹਿਲਾਂ ਉਹਦਾ ਘਰ ਵੇਖੋ ਵੀ ਸਕੇ ਭਰਾ ਨੂੰ ਤਾਂ ਨਹੀਂ ਲੁੱਟ ਕੇ ਖਾ ਲਿਆ, ਸਕੀ ਭੈਣ ਦਾ ਤਾਂ ਨਹੀਂ ਖਾਧਾ। ਮਤਲਬ ਜਿਹੜਾ ਆਪਦਾ ਸਕੇ ਪਿਓ ਦਾ ਨਹੀਂ ਬਣਿਆ, ਸਕੇ ਭਰਾਵਾਂ ਤੁਹਾਡੀ ਕੀ ਮਦਦ ਕਰੂਗਾ? ਬੈਕਗਰਾਉਂਡ ਤਾਂ ਚੈੱਕ ਕਰੋ, ਕਿਸੇ ਦੇ ਮਗਰ ਲੱਗਣ ਲੱਗਿਆ। ਜਾਗੀ ਭੇਡਾ ਚਾਲ ਚਲਤੇ ਕੇ ਪਾਸ਼ੇ ਚਲੇ, ਪਰ ਮਾਰਤ ਨਾ ਸੰਭਾਲ, ਦੇਖੋ ਜਾਕੀ ਮੂੜਤਾ। ਘਰ ਸਰਸੇ ਵਾਲਾ ਬਾਬਾ ਤੇ ਹੈ ਤਾਂ ਸਿੱਖਾਂ ਦੇ ਘਰ ਦਾ ਮੁੰਡਾ, ਦਮਦਮਾ ਸਾਹਿਬ 5 ਗ੍ਰੰਥੀ ਪੜ੍ਹਦਾ ਰਿਹਾ, ਪਤਾ ਨਹੀਂ ਮੱਤ ਮਾਰੀ ਕਿਵੇਂ ਗਈ। ਤੇ ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਐਵੇਂ ਮਗਰ ਨਾ ਲੱਗੋ ਭਾਈ ਗੁਰਮੁਖੋ। ਇਸੇ ਲਈ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ। ਇੰਨੇ ਨੇ ਗੁਰਦੁਆਰੇ, ਇੱਕ ਇੱਕ ਪਿੰਡ 'ਚ ਪਤਾ ਨਹੀਂ 5-5 ਤਾਂ ਹੋਣਗੇ ਹੀ ਨਾ, ਸਾਡੇ ਪਿੰਡ 'ਚ ਹੀ ਬਥੇਰੇ ਨੇ। 4 ਕਦਮ ਚੱਲੋ ਤੇ ਗੁਰਦੁਆਰਾ, ਜਦੋਂ ਨੂੰ ਮਰਜ਼ੀ ਤੁਰ ਪਾਓ। ਕਈ ਸੰਗਤਾਂ ਭੁਲੇਖੇ ਨਾਲ ਇੱਥੇ ਉਤਰ ਪੈਂਦੀਆਂ, ਕਈ ਪਛਾਂ ਉਤਰ ਪੈਂਦੀਆਂ, ਕਿਉਂਕਿ ਗੁਰਦੁਆਰਾ ਤਾਂ ਸੁਹਾਣਾ ਹੀ ਹੈ। ਫਿਰ ਉਹਨਾਂ ਨੂੰ ਸਮਝਾਈਦਾ ਵੀ ਉਹ ਗੁਰਦੁਆਰਾ ਗੁਰ ਸ਼ਬਦ ਪ੍ਰਕਾਸ਼ ਅਕਾਲ ਆਸ਼ਰਮ ਕਹਿੰਦੇ ਨੇ, ਤੇ ਜਿਹੜਾ ਸਾਡੇ ਵਾਲਾ ਸ਼ਹੀਦਾਂ ਵਾਲਾ ਕਹਿ ਕੇ ਆਓ ਭਾਈ। ਉਹ ਵੀ ਬੜਾ ਸੋਹਣਾ, ਬੜਾ ਵੱਡਾ, ਬੜਾ ਕਥਾ ਕੀਰਤਨ, ਬੜੀ ਕਿਰਪਾ ਮਹਾਰਾਜ ਦੀ। ਘਾਟ ਇੱਥੇ ਵੀ ਕੋਈ ਨਹੀਂ, ਤੇ ਕਦਮ ਸਾਰੇ 4 ਨੇ। ਦੱਸੋ, ਗੱਲ ਤਾਂ ਸੰਗਤਾਂ ਦੀ ਹੈ ਨਾ, ਵੀ ਜੇ ਹੁਣ ਇੰਨੇ ਗੁਰਦੁਆਰੇ ਛੱਡ ਕੇ ਤੇ ਸਾਨੂੰ ਆਹ ਤਾਂ ਨਹੀਂ ਦਿਖਿਆ, ਕਿੱਡੀ ਦੂਰ ਵੇਖੋ। ਇਹ ਸਿੱਖਾਂ ਦੀ ਆਪ ਦੀ ਘਾਟ ਹੈ। ਮਹਾਰਾਜ ਕਹਿੰਦੇ ਨੇ ਕਿ ਜਿਹੜਾ ਅੰਨਾ ਪੁਰਸ਼ ਰਸਤਾ ਦੱਸਣ ਵਾਲਾ ਗਿਆਨੀ ਹੈ, ਬੇਸਮਝਿਆ ਗਿਆਨੀ ਪੁਰਖ ਹੀ ਉਹਦੇ ਮਗਰ ਲੱਗੂਗਾ। ਆ ਜਿੰਨੇ ਬਾਬੇ ਪਾਲੇ ਨੇ ਸਾਡੇ ਜੱਟਾਂ ਨੇ ਪਾਲੇ, ਆਪਾਂ ਜ਼ਿਮੀਂਦਾਰ ਲੋਕ, ਦਾਣਾ ਫੱਕਾ, ਉਹ ਬਈਆਂ ਨੂੰ ਪਤਾ ਵੀ ਇਹਨਾਂ ਕੋਲ ਹੈ ਬਹੁਤ ਕੁਛ, ਤੋ ਲੁੱਟ ਕੇ ਖਾਈ ਜਾ ਰਹੇ ਨੇ, ਕੋਈ ਕਿਸੇ ਪਾਸਿਓਂ, ਕੋਈ ਕਿਸੇ ਪਾਸਿਓਂ। ਤੇ ਅੱਖਾਂ ਸਾਡੀਆਂ ਉਦੋਂ ਖੁੱਲ੍ਹਦੀਆਂ ਨੇ ਜਦੋਂ ਅਸੀਂ ਲੁੱਟੇ ਜਾਂਦੇ ਆ, ਬਰਬਾਦ ਹੋ ਜਾਂਦੇ ਆ। ਤੇ ਫਿਰ ਸੋਚੀਦਾ ਵੀ ਇੰਝ ਕਿਉਂ ਹੋਇਆ। ਜ਼ਮੀਨਾਂ ਵੀ ਸਾਡੀਆਂ ਜਿੱਥੇ ਡੇਰੇ ਬਣੇ ਹੋਏ ਨੇ, ਰਾਧਾ ਸੁਆਮੀ ਨੂੰ ਜ਼ਮੀਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਮ ਤੇ ਭੇਟਾ ਹੋਈ ਹੈ, ਤੇ ਮਹਾਰਾਜ ਦਾ ਪ੍ਰਕਾਸ਼ ਵੀ ਹੁੰਦਾ ਰਿਹਾ। ਫਿਰ ਪਤਾ ਨਹੀਂ ਕੀ ਹੋ ਗਿਆ। ਤੇ ਇਸ ਵਾਸਤੇ ਜ਼ਮੀਨਾਂ ਸਾਡੀਆਂ, ਪੈਸਾ ਸਾਡਾ, ਤੇ ਸ਼ੋਸ਼ਣ ਵੀ ਸਾਡਾ ਹੀ ਹੋ ਰਿਹਾ। ਸਾਡੇ ਟੱਬਰਾਂ ਦੇ ਨਾਲ ਬਲਾਤਕਾਰ ਹੋ ਰਹੇ ਨੇ, ਧੀਆਂ ਭੈਣਾਂ ਦੀ ਇੱਜ਼ਤ ਇਹ ਲੋਕ ਖੋਈ ਜਾ ਰਹੇ ਨੇ। ਕਿੰਨੀ ਬੁਰੀ ਬਾਤ ਹੈ। ਪਿੰਡਰਾਂ ਦੀ ਗੱਲ ਹੈ, ਮੈਂ ਉੱਥੇ ਗਿਆ ਸੀਗਾ, ਮੈਨੂੰ ਤਾਂ ਯਾਦ ਹੈ। ਇੱਕ ਭਈਆ ਬਾਬਾ ਬਣਾ ਲਿਆ, ਜ਼ਿਮੀਂਦਾਰਾ ਪਰਿਵਾਰ, ਪੂਜਾ ਕਰਨ ਲੱਗ ਪਿਆ। ਉਹ ਪਤਾ ਨਹੀਂ ਕੀ ਸਿਰ ਤੇ ਉਹਨੇ ਧੂੜਿਆ। ਮਾਈਆਂ ਬੀਬੀਆਂ ਭੋਲੀਆਂ ਹੁੰਦੀਆਂ ਨੇ, ਮੈਨੂੰ ਤਾਂ ਸੁਣਾਉਂਦਿਆਂ ਹੀ ਮੇਰੀ ਜ਼ਬਾਨ ਵਲ ਖਾਂਦੀ ਹੈ। ਧਰਮਸ਼ਾਲਾ ਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਚੋਰੀ ਕਰ ਲਿਆ ਬੀਬੀਆਂ ਭੈਣਾਂ ਨੇ, ਭਈਏ ਦੇ ਕਹਿਣ ਤੋਂ। ਤੇ
ਅਖੇ ਜੀ ਇਸ਼ਨਾਨ ਕਰੋ ਇਹਦੇ ਉੱਪਰ। ਦੱਸੋ ਕਿੰਨੀ ਬੁਰੀ ਬਾਤ ਹੈ। ਸਿੱਖਾਂ ਦਾ ਘਰ ਹੈ, ਜ਼ਿਮੀਂਦਾਰਾ ਪਰਿਵਾਰ, ਭਿੰਡਰਾ ਨਗਰ, ਜਿੱਥੋਂ ਦਮਦਮੀ ਟਕਸਾਲ ਇੰਨਾ ਪ੍ਰਚਾਰ ਹੋਇਆ, ਉਹ ਮੁੱਢ ਦੀ ਗੱਲ ਹੈ। ਤੇ ਜਦ ਮਹਾਰਾਜ ਸਾਹਿਬ ਦਾ ਪਾਵਨ ਸਰੂਪ ਗਿੱਲੇ ਹੋ ਗਏ ਪੱਤਰ, ਫਿਰ ਤੂੜੀ ਵਾਲੇ ਕੋਠੇ 'ਚ ਕਹਿੰਦੇ ਦੱਬ ਦੋ। ਉਧਰ ਪੁਕਾਰ ਪੈ ਗਈ, ਧਰਮਸ਼ਾਲਾ ਵੀ ਮਹਾਰਾਜ ਚੋਰੀ ਕਰਕੇ ਕੌਣ ਲੈ ਗਿਆ। ਉਹ ਗੱਲ ਨਿਕਲਦੀ ਨਿਕਲਦੀ ਜਦ ਪਤਾ ਚੱਲਾ ਤੇ ਸਿੰਘ ਤਾਂ ਧਰਮਰਾਜ ਦੀ ਕਚਹਿਰੀ ਤੱਕ ਪਹੁੰਚ ਜਾਂਦੇ ਨੇ। ਜੇ ਇਹਨਾਂ ਦੇ ਮਨ ਵਿੱਚ ਆ ਜਾਏ ਨਾ ਵੀ ਬੰਦਾ ਪਕੜਨਾ ਲੁਕ ਨਹੀਂ ਸਕਦਾ। ਸਿੰਘ ਨੂੰ ਚੜਿਆ ਗੁੱਸਾ, ਉਹਨੇ ਮੋਟਰਸਾਈਕਲ ਨੂੰ ਕਿੱਕ ਮਾਰੀ ਤੇ ਬੰਦਾ ਮਗਰ ਬਿਠਾਇਆ ਭਿੰਡਰਾਂ ਡੇਰੇ 'ਚ, ਤੇ ਉਹ ਭਈਆ ਚੁੱਕ ਲਿਆ। ਕਹਿੰਦੇ ਆ ਪੁੱਤ ਹੁਣ ਤੈਨੂੰ ਮੈਂ ਦੱਸਦਾ ਵੀ ਕਿਸ ਤਰ੍ਹਾਂ ਮਹਾਰਾਜ ਦੀ ਬੇਦਬੀ ਕਰੀ ਦੀ ਤੇ ਕਰਾਈ ਦੀ ਹੈ। ਕਸੂਰ ਕਿਹਨਾਂ ਦਾ ਸੀਗਾ? ਅਸਲੀ ਕਸੂਰ ਉਸ ਭਈਏ ਦਾ ਥੋੜੋ ਸੀਗਾ ਜਿਹੜਾ ਬਾਬਾ ਬਣਿਆ, ਬਣਾਉਣ ਵਾਲਿਆਂ ਦਾ ਕਸੂਰ ਸੀਗਾ, ਆਖੇ ਲੱਗਣ ਵਾਲਿਆਂ ਦਾ ਕਸੂਰ ਸੀਗਾ। ਮੱਝਾਂ ਦੇ ਵਾੜੇ 'ਚ ਲੈ ਗਿਆ ਤੇ ਜਿੱਥੇ ਸੰਦਾਂ ਵਾਲਾ ਕੋਠਾ, ਕਹਿੰਦੇ ਆ ਪੁੱਤ ਕਿਹੜਾ ਤੂੰ ਅੰਤਰਜਾਮੀ ਹੈ, ਕਿਹੜੀਆਂ ਰਧੀਆਂ ਸਿੱਧੀਆਂ ਲਿਆ, ਹੁਣ ਮੈਨੂੰ ਦਿਖਾ ਕਿਹੜਾ ਤੇਰੇ ਕੋਲ ਜਾਦੂ ਟੂਣਾ, ਪੜ ਜੰਤਰ ਮੰਤਰ। ਹੁਣ ਉਹ ਸੰਦਾਂ ਦੇ ਨਾਲ ਹੀ ਉਹਨੂੰ ਕੋਹ ਕੇ ਇਹੋ ਜਿਹੀ ਬੁਰੀ ਹਾਲਤ ਨਾਲ ਝਟਕਾਇਆ, ਕਰ ਕਰਕੇ ਟੋਟੇ ਬੋਰੀ 'ਚ ਪਾ ਕੇ ਮੋਟਰਸਾਈਕਲ ਤੇ ਰੱਖੀ ਬੋਰੀ ਤੇ ਚੱਲ ਨਹਿਰ 'ਚ ਤੁਰਿਆ ਫਿਰ। ਤੇ ਹੁਣ ਫੜਿਆ ਤਾਂ ਜਾਣਾ ਹੀ ਸੀਗਾ। ਮਹਾਂਪੁਰਖ ਸਮਾਧੀ 'ਚ ਰਹਿੰਦੇ ਨੇ। ਜਦ ਪਤਾ ਚੱਲਿਆ, ਸੰਤਾਂ ਨੇ ਫੋਨ ਮਾਰਿਆ ਕੁਰਸੀ ਵਾਲਿਆਂ ਨੂੰ, ਕਹਿੰਦੇ ਖਬਰਦਾਰ, ਮੇਰਾ ਸਿੰਘ ਗੁਰਦੁਆਰੇ ਦਾ ਸੇਵਾਦਾਰ ਜਿਸ ਨੇ ਗਲਤੀ ਕੀਤੀ ਹੈ, ਐਨ ਮੌਕੇ ਤੇ ਔਨ ਦਾ ਸਪੋਰਟ ਉਹਨੂੰ ਸਜ਼ਾ ਭੁਗਤਾਈ ਗਈ ਹੈ। ਗੁਰਦੁਆਰੇ ਵੱਲ ਦੀ ਗਲਤੀ ਹੋਈ ਹੈ, ਗੁਰਦੁਆਰੇ ਦੇ ਸਿੰਘ ਨੇ ਭੁਗਤਾਤੀ। ਜੇ ਉਹਨੂੰ ਕੁਝ ਹੋ ਗਿਆ ਤਾਂ ਫਿਰ ਤੁਹਾਨੂੰ ਦੱਸ ਪਤਾ ਦਿਆਂਗੇ। ਚੁੱਪ ਕਰਕੇ ਬੰਦਾ ਇੱਥੇ ਲਿਆਓ। ਸਭ ਕੇਸ ਰਫਾ ਦਫਾ, ਕਾਗਜ਼ ਪਾੜ ਕੇ ਸੁੱਟ ਗਏ, ਸਿੰਘ ਨੂੰ ਛੱਡਤਾ। ਧਰਮਸ਼ਾਲਾ ਦੇ ਵਿੱਚ ਜਦ ਅਖੰਡ ਪਾਠ ਸਾਹਿਬ ਆਰੰਭ ਹੋਇਆ, ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਉਹ ਮਾਫੀ ਦੀ ਅਰਦਾਸ ਕਰਨ ਵਾਸਤੇ ਸਾਰੇ ਨਗਰ ਨਿਵਾਸੀ ਇਕੱਤਰ ਹੋਏ, ਕਿਉਂਕਿ ਕਸੂਰ ਤਾਂ ਸਾਰਿਆਂ ਦਾ ਸੀਗਾ। ਬਾਬੇ ਨੇ ਖਿਆਲ ਕਿਉਂ ਨਹੀਂ ਰੱਖਿਆ? ਜੇ ਅਸੀਂ ਧਰਮਸ਼ਾਲਾ ਗੁਰਦੁਆਰੇ ਬਣਾਏ ਨੇ ਤੇ ਬਾਬੇ ਕਿਉਂ ਨਹੀਂ ਰੱਖਦੇ ਭਾਈ? ਕੋਈ ਬਰਸ਼ੇ ਵਾਲਾ ਪਹਿਰੇਦਾਰ ਕਿਉਂ ਨਹੀਂ ਰੱਖਦੇ? ਆ ਟੁੱਟੀਆਂ ਫੁੱਟੀਆਂ ਬਿਲਡਿੰਗਾਂ ਨੇ, ਤੇ ਜਿੰਨਾ ਚਿਰ ਤੁਹਾਨੂੰ ਸਕੈਨ ਨਾ ਕਰ ਲੈਣ ਤੁਹਾਡੀ ਲਿਖਤ ਪੜ੍ਹ ਤੋਂ, ਉਹਨਾਂ ਚਿਰ ਤੁਸੀਂ ਬਿਲਡਿੰਗ 'ਚ ਨਹੀਂ ਜਾ ਸਕਦੇ। ਅਗਲੇ ਕਹਿੰਦੇ ਫੋਨ ਦੀ ਗੱਲ ਕਰਾਓ। ਏਡਾ ਵੱਡਾ ਸ਼ਹਿਨਸ਼ਾਹ ਸਾਡਾ ਪਿਤਾ ਹੈ, ਜਿਹੜਾ ਮਰਜ਼ੀ ਮੂੰਹ ਚੁੱਕਦਾ ਤੇ ਤੁਰਿਆ ਹੁੰਦਾ। ਜੇ ਗੁਰਦੁਆਰੇ ਬਣਾਉਣ ਦਾ ਸ਼ੌਂਕ ਹੈ ਤੇ ਕੇਵਲ ਚੜਾਵਾ ਚੁੱਕਣ ਤੱਕ ਹੀ ਨਹੀਂ ਸੀਮਤ ਰਹਿਣਾ ਚਾਹੀਦਾ। ਖਿਆਲ ਵੀ ਰੱਖੋ, ਸਹਿਜ ਪਾਠ ਪ੍ਰਾਰੰਭ ਹੋਵੇ, ਨਾਲੇ ਸਾਰੇ ਪਿੰਡ ਵਾਲੇ ਗੁਰਮੁਖ ਮਿਲ ਕੇ ਪਾਠ ਕਰੀ ਜਾਣ, ਜਾਂ ਵਾਹਿਗੁਰੂ ਵਾਹਿਗੁਰੂ ਕਰਦੇ ਆ ਚੌਰ ਕਰੀ ਜਾਣ, ਸੋਦੇ ਸੇ ਦੁਪਹਿਰਾ ਰਹੇ। ਪ੍ਰਸ਼ਾਦ ਵਾਲਾ ਰੁਮਾਲ ਹੀ ਕੁੱਤੇ ਨਹੀਂ ਛੱਡਦੇ, ਉਹਨੂੰ ਵੀ ਕੋਈ ਝਿੜਕਣ ਵਾਲਾ ਨਹੀਂ ਹੈ, ਜਿੱਧਰ ਮਰਜ਼ੀ ਤੁਰੇ ਫਿਰ। ਘੱਟੋ ਘੱਟ ਪ੍ਰਸ਼ਾਦ ਵਾਲਾ ਬੰਦਾ ਅੰਦਰ ਬੈਠੇ। ਸੋ ਰਾਹੋ ਵਿਚਾਰ, ਇਹੋ ਜਿਹੇ ਅੰਨੇ ਲੋਕ ਨੇ ਜਿਨ੍ਹਾਂ ਨੂੰ ਆਪਾਂ ਨੇ ਪਾਲਿਆ। ਜੋ ਕਿਹਾ ਸੋ ਮਗਰ ਲੱਗ ਗਏ। ਮਹਾਰਾਜ ਕਹਿੰਦੇ ਅੰਨਾ ਬੰਦਾ ਮਗਰ ਲੱਗਦਾ ਹੈ। ਅੰਧਾ ਹੋਏ ਸੋ ਜਾਏ, ਸੋ ਅੰਧੇ ਖੂਹੀ ਅੰਧੇ ਠੇਲੇ, ਅੰਨੇ ਬੰਦੇ ਖੂਹ 'ਚ ਲਿਜਾ ਕੇ ਸੁੱਟਣਗੇ। ਹੋਏ ਸੁਜਾਖਾ ਨਾਨਕਾ, ਸੋ ਜਿਹੜਾ ਸੁਜਾਖਾ, ਮਹਾਰਾਜ ਕਹਿੰਦੇ ਵੈਰਾਗ ਵਿਵੇਕ ਰੂਪ ਜਾਂ ਸ਼ਰਧਾ ਤੇ ਗਿਆਨ ਰੂਪ ਨੇਤਰਾਂ ਦੀ ਸਹਿਤ ਸੁਜਾਖਾ ਹੁੰਦਾ, ਗਿਆਨਵਾਨ ਹੁੰਦਾ ਹੈ। ਉਹ ਕਿਉਂ ਉਜੜ ਪਾਏ, ਉਹ ਸੰਸਾਰ ਰੂਪੀ ਉਜਾੜ ਜਾਂ 84 ਲੱਖ ਜੂਨਾਂ ਰੂਪੀ ਉਜਾੜ 'ਚ ਆਪਣੇ ਆਪ ਨੂੰ ਕਿਵੇਂ ਪਾਏਗਾ? ਭਾਵ ਉਹ ਨਹੀਂ ਪਾ ਸਕਦਾ ਹੈ। ਜਿਵੇਂ ਇੱਕ ਅੰਨਾ ਪੁਰਖ ਘਰ ਤੋਂ ਚੋਰੀ ਲੜ ਬਣ ਕੇ ਤੁਰ ਪਿਆ, ਅੱਗੇ ਜਾਂਦਾ ਰਸਤਾ ਭੁੱਲ ਕੇ ਜੰਗਲ 'ਚ ਜਾ ਵੜਿਆ, ਦੁਖੀ ਹੋ ਕੇ ਪੁਕਾਰ ਕਰਨ ਲੱਗਾ ਕਿ ਕੋਈ ਮੈਨੂੰ ਰਸਤਾ ਦੱਸੇ। ਤਾਂ ਇੱਕ ਹੋਰ ਵਿਅਕਤੀ ਜੰਗਲ ਵਿੱਚ ਸੀਗਾ,
ਉਹਦੀ ਆਵਾਜ਼ ਸੁਣ ਕੇ ਕੋਲ ਆਇਆ ਤੇ ਕਹਿਣ ਲੱਗਾ, ਇਸ ਭਿਆਨਕ ਜੰਗਲ ਵਿੱਚੋਂ ਮੈਂ ਹੀ ਤੈਨੂੰ ਕੱਢ ਕੇ ਰਸਤੇ ਪਾ ਸਕਦਾ, ਪਰ ਇਹਦੇ ਬਦਲੇ ਮੈਨੂੰ ਕੀ ਮਿਲੇਗਾ? ਤਾਂ ਸੰਨੇ ਪੁਰਖ ਨੇ ਕਿਹਾ ਕਿ ਭਾਈ ਮੇਰੇ ਕੋਲ ਤਾਂ ਸਨਿਗਧ ਭੋਜਨ ਚੂਰੀ ਹੈ, ਇਹ ਮੈਂ ਤੈਨੂੰ ਦੇ ਸਕਦਾ। ਤਾਂ ਉਸਨੇ ਕਿਹਾ ਕਿ ਪਹਿਲਾਂ ਚੂਰੀ ਖਵਾ, ਫਿਰ ਮੈਂ ਤੈਨੂੰ ਰਸਤੇ ਤੇ ਪਾਉਂਦਾ। ਉਹਨੇ ਚੂਰੀ ਉਸ ਵਿਅਕਤੀ ਦੇ ਹਵਾਲੇ ਕਰ ਦਿੱਤੀ ਅਤੇ ਉਸਦੀ ਡੰਗੋਰੀ ਫੜ ਕੇ ਲੈ ਤੁਰਿਆ। ਤਾਂ ਰਸਤੇ ਵਿੱਚ ਇੱਕ ਬਿਨਾਂ ਮੌਣ ਤੋਂ ਖੂਹ ਸੀਗਾ, ਜੋ ਕਾਫੀ ਚਿਰ ਤੋਂ ਬੰਦ ਸੀ। ਪਾਣੀ ਤੋਂ ਰਹਿਤ ਇੱਕ ਡੂੰਘੇ ਟੋਏ ਦੀ ਸ਼ਕਲ ਦਾ ਬਣਿਆ ਹੋਇਆ ਸੀਗਾ। ਸੀ ਤਾਂ ਖੂਹ, ਪਰ ਪਾਣੀ ਤੋਂ ਸਖਣਾ ਸੀਗਾ, ਸੁੱਕਾ ਹੋਇਆ। ਉਹਦੇ 'ਚ ਦੋਵੇਂ ਡਿੱਗ ਪਏ। ਅੰਨੇ ਪੁਰਖ ਨੇ ਦੁਖੀ ਹੋ ਕੇ ਉਹਨੂੰ ਬੜੀਆਂ ਗਾਲਾਂ ਕੱਢੀਆਂ ਕਿ ਤੇਰਾ ਬੇੜਾ ਬਹਿ ਜੇ, ਤੂੰ ਮੈਨੂੰ ਸੁੱਟਤਾ ਹੋਏ ਤੇ ਮੇਰੀ ਚੂਰੀ ਵੀ ਖਾ ਕੇ ਖੂਹ 'ਚ ਸੁੱਟਤੀ। ਤੇ ਉਹ ਚੂਰੀ ਖਾਣ ਵਾਲਾ ਬੋਲਿਆ, ਕਹਿਣ ਲੱਗਾ, ਘਬਰਾ ਨਾ, ਮੈਂ ਵੀ ਨਾਲ ਹੀ ਡਿੱਗਿਆ। ਉਹਨੇ ਕਿਹਾ ਵੀ ਤੂੰ ਕਿਵੇਂ ਡਿੱਗਿਆ ਹੋਏ? ਤੂੰ ਤਾਂ ਮੈਨੂੰ ਜਾਣ ਕੇ ਸੁੱਟਿਆ ਜਾਪਦਾ। ਤੇ ਉਹਨੇ ਕਿਹਾ ਵੀ ਮੈਂ ਵੀ ਤੇਰਾ ਸਾਥੀ ਅੰਨਾ ਹੀ ਆ, ਮੇਰੀਆਂ ਵੀ ਅੱਖਾਂ ਨੇਤਰ ਨਹੀਂ ਨੇ। ਤਾਂ ਉਹਨੇ ਕਿਹਾ ਕਿ ਤੂੰ ਸਜਾਖਾ ਹੋਣ ਦਾ ਦਾਅਵਾ ਕਿਉਂ ਕੀਤਾ, ਮੈਨੂੰ ਰਸਤਾ ਦੱਸਣ ਦਾ ਭਰੋਸਾ ਕਿਉਂ ਦਵਾਇਆ? ਤਾਂ ਉਹਨੇ ਉੱਤਰ ਦਿੱਤਾ ਕਿ ਸਭ ਕੁਝ ਚੂਰੀ ਦੇ ਲਾਲਚ ਨੇ ਕਰਾਇਆ, ਮੈਂ ਭੁੱਖਾ ਸੀਗਾ, ਜੇ ਮੈਂ ਦੱਸ ਦਿੰਦਾ ਤੂੰ ਮੈਨੂੰ ਚੂਰੀ ਨਹੀਂ ਸੀ ਖਵਾਉਣੀ। ਇਹੋ ਜਿਹੇ ਆਗੂ ਹੋ ਰਹੇ ਨੇ। ਸਾਡੇ ਪਿੰਡ ਇੱਕ ਹੁੰਦਾ ਸੀ ਬਾਬਾ ਭਗਾਟੀ, ਮਜਬੀ ਸਿੰਘ, ਭੁੱਖਾ ਮਰਦਾ, ਮੈਂ ਆਪਦੀਆਂ ਅੱਖਾਂ ਨਾਲ ਵੇਖਿਆ। ਰੋਟੀ ਨਹੀਂ ਸੀ ਪੱਕਦੀ, ਤੇ ਜਦੋਂ ਬਣ ਗਿਆ ਬਾਬਾ ਤੇ ਕਿਸੇ ਨੇ ਸਕੂਟਰੀ ਪੇਟਾ ਕਰਦੀ, ਕਿਸੇ ਨੇ ਆਟਾ, ਕਿਸੇ ਨੇ ਦਾਲਾਂ, ਵਿੱਚ ਇਹ ਨਿਸ਼ਾਨ ਸਭ ਕੱਢਤਾ। ਤੇ ਮਹਾਰਾਜ ਦੇ ਸਰੂਪ ਦਾ ਵੀ ਲੋਕ ਆਸਰਾ ਲੈਂਦੇ ਨੇ। ਗੁਰੂ ਸਾਹਿਬ ਦਾ ਸਰੂਪ ਵੀ ਪ੍ਰਕਾਸ਼ ਹੋ ਗਿਆ। ਆਪਾਂ ਤਾਂ ਆਉਂਦੇ ਜਾਂਦੇ ਦੂਰੋਂ ਹੀ ਵੇਖੀਦਾ ਸੀਗਾ, ਪਤਾ ਨਹੀਂ ਕੀ ਕਰਦਾ, ਉਹ ਚੌਂਕੀ ਲਾਉਂਦਾ, ਕੀ ਧੂੜਦਾ ਸੀ ਲੋਕਾਂ ਦੇ ਸਿਰ ਤੇ। ਬੜੇ ਬੜੇ ਦੂਰ ਤੋਂ ਲੋਕ ਆਉਂਦੇ। ਮੈਂ ਗੱਲ ਤੁਹਾਨੂੰ ਦੱਸਣੀ ਆ ਮਰੇ ਦੀ। ਨਾਲ ਲੈਂਦਾ ਸੀ ਵੀ ਮੇਰੇ 'ਚ ਬਾਬਾ ਦੀਪ ਸਿੰਘ ਆਉਂਦਾ। ਜਿੱਦਣ ਮਰਿਆ ਉਦਣ ਬਾਬੇ ਦੀਪ ਸਿੰਘ ਦੇ ਚਰਨਾਂ 'ਚ ਹੀ ਮਰਿਆ। ਮਤਲਬ ਝੂਠ ਬੋਲ ਕੇ ਖਾਂਦਾ ਰਿਹਾ ਬਾਬੇ ਦਾ ਨਾਂ ਲੈ ਕੇ। ਜਿਹੜਾ ਤਾਂ ਇਸ ਤਰ੍ਹਾਂ ਕਹੇ, ਮੈਨੂੰ ਤਾਂ ਇੰਨਾ ਗੁੱਸਾ ਚੜ੍ਹਦਾ ਵੀ ਤੂੰ ਦੱਸ, ਬਾਬਾ ਦੀਪ ਸਿੰਘ ਇਸ ਤਰ੍ਹਾਂ ਹੀ ਤੁਰਿਆ ਫਿਰਦਾ ਹੈ, ਉਹਨੂੰ ਗੁਰਦੁਆਰਾ ਨਹੀਂ ਦਿਖਦਾ? ਜਿਹੜੇ ਸ਼ਹੀਦਾਂ ਦੇ ਅਸਥਾਨ ਜਿੱਥੇ ਸੰਗਤ ਜਪਜੀ ਸਾਹਿਬ ਸੁਖਮਨੀ ਸਾਹਿਬ ਦਾ ਪਾਠ ਕਰਦੀ, ਉਹਨੇ ਤੇਰੇ ਘਰ ਹੀ ਆਉਣਾ। ਦੱਸ ਬਈ, ਉਹਨੂੰ ਹੋਰ ਨਹੀਂ ਕਦੋਂ ਲੂਣ ਤੇਲ ਮਿਲਦਾ? ਤੂੰ ਵੱਡਾ ਆਇਆ, ਮੇਰੇ ਚਾਹ ਆਉਂਦਾ, ਮੇਰੇ ਚਾਹ ਆਉਂਦਾ। ਬਿਲਕੁਲ ਝੂਠ ਦੁਨੀਆ ਵੱਢਦੀ ਪਈ ਹੈ। ਸਾਡੇ ਪਿੰਡ ਦੇ ਕੋਲ ਗੁਰਦੁਆਰਾ ਟਾਹਲਾ ਸਾਹਿਬ ਹੈ, ਟਾਹਲਾ ਸਾਹਿਬ, ਜਿੱਥੇ ਬਾਬਾ ਜੀ ਦਾ ਪਾਵਨ ਸੀਸ ਉਤਰਿਆ ਸੀ। ਹੋਣੀ ਉੱਥੇ ਲੈ ਕੇ ਗਈ ਵੀ ਚੱਲ ਪੁੱਤ ਤੈਨੂੰ ਦਿਖਾਉਂਦੇ ਹੁਣ ਬਾਬਾ। ਜਦੋਂ ਮਰਿਆ, ਉਹ ਬਾਬਾ ਜੀ ਦੇ ਅਸਥਾਨ ਦੇ ਬਾਹਰ ਪੈਲੀ ਬੰਨਾ ਹੈ, ਘਾਹ ਦੇ ਵਿੱਚੋਂ ਪਤਾ ਨਹੀਂ ਕਿੱਥੋਂ ਫਣੀ ਅਰਨਾਰ ਨਿਕਲਿਆ। ਉਹ ਸੱਪ ਨੇ ਡੰਗ ਮਾਰਿਆ, ਜ਼ਹਿਰ ਚੜਨ ਤੋਂ ਉੱਥੇ ਡਿੱਗ ਪਿਆ। ਤੇ ਮਹਾਰਾਜ ਦਾ ਪਾਵਨ ਸਰੂਪ ਮੈਂ ਉਹਨਾਂ ਦੇ ਘਰੋਂ ਚੁੱਕ ਕੇ ਲਿਆਂਦਾ। 5 ਪਿਆਰੇ ਸਾਹਿਬਾਨਾਂ ਨੂੰ ਨਾਲ ਲਿਆ, ਮਹਿਤੇ ਤੋਂ ਗੱਡੀ ਲਿਆਂਦੀ ਤੇ ਸਿੰਘਾਂ ਨੂੰ ਆਖਿਆ ਵੀ ਨਿਸ਼ਾਨ ਸਾਹਿਬ ਹੁਣ ਤੁਸੀਂ ਵਧਾ ਦਿਓ, ਕਿਉਂਕਿ ਉਹਦਾ ਮੁੰਡਾ ਸੋ ਸ਼ਰਾਬੀ, ਕਬਾਬੀ ਤੇ ਤਮਾਕੂ, ਬੀੜੀ ਗਾਉਣ ਵਜਾਉਣ ਵਾਲਾ। ਮਹਾਰਾਜ ਦਾ ਸਤਿਕਾਰ ਕਿੱਥੇ ਰਹੂਗਾ? ਕਿਉਂ ਦੁਨੀਆ ਬੇਅਦਬੀ ਕਰਦੀ ਹੈ ਪੈਸੇ ਖਾਤਰ। ਲੋਕਾਂ ਨੇ ਮਹਾਰਾਜ ਨੂੰ ਮਖੌਲ ਬਣਾਇਆ ਹੋਇਆ। ਜਿਹਨੂੰ ਮਰਜ਼ੀ ਪੁੱਛੋ, ਆਖੇ ਆ ਗਏ ਬਾਬੇ, ਕਾਹਤੋਂ? ਗੋਲਕ ਚੁੱਕਣ ਵਾਸਤੇ। ਮਤਲਬ ਚੜਾਵੇ 'ਚ ਦੁਨੀਆ ਦਾ ਧਿਆਨ ਹੈ। ਇਹ ਬਾਬਿਆਂ ਦਾ ਕਾਰਨਾਮਾ ਹੈ ਵੀ ਉਹਨਾਂ ਦਾ ਜੀਵਨ ਡਿੱਗਿਆ ਹੋਇਆ ਹੈ। ਗੁਰੂ ਗ੍ਰੰਥ ਸਾਹਿਬ ਚੜਾਵਾ ਇਕੱਠਾ ਕਰਨ ਲਈ ਇੱਥੇ ਪ੍ਰਕਾਸ਼ ਨਹੀਂ ਹੈ। ਇਹ ਜਿਹੜਾ ਗੁਰਦੁਆਰਾ ਹੈ, ਇਹ ਦੁਨੀਆ ਕੋ ਪੂਜਾ ਕਰਾਉਣ ਦਾ ਸਾਧਨ ਨਹੀਂ ਬਣਾਇਆ ਮਹਾਰਾਜ ਨੇ ਵੀ ਲਿਆਓ ਪੈਸੇ ਦੇਈ ਜਾਓ, ਇਕੱਠੇ ਕਰੀ ਜਾਓ, ਘਰ ਨੂੰ ਲਿਜਾਈ ਜਾਓ, ਸਟੋਰਾਂ ਦੇ ਵਿੱਚ ਜਮ੍ਹਾਂ ਕਰੀ ਜਾਓ, ਆਪਦੀਆਂ ਕੋਠੀਆਂ ਕਾਰਾਂ ਲਈ ਜਾਓ, ਵੱਡੇ ਵੱਡੇ ਡੇਰੇ ਪੈਲੀਆਂ ਖਰੀਦੀ ਜਾਓ। ਬਿਲਕੁਲ ਇਸ ਗੱਲ ਦੀ ਮਨਾਹੀ ਹੈ। ਜੋ ਦੁਨੀਆ ਦੁਖੀ ਹੈ, ਤੁਸੀਂ ਵੇਖੋ, ਸ੍ਰੀ ਹਰਿਕ੍ਰਿਸ਼ਨ ਤੇ ਆਈ ਹੈ, ਜਿਸ ਡਿੱਠੇ ਸਭ ਦੁੱਖ ਜਾਏ। ਆਵੇ ਕੋਈ ਬਾਬਾ ਮਾਂ ਦਾ ਲਾਲ, ਉਹ ਕਰੇ ਗੁਰੂ ਹਰਿਕ੍ਰਿਸ਼ਨ ਸਾਹਿਬ ਵਾਂਗ ਦੁਨੀਆ ਨੂੰ ਸੁਖੀ ਹੈ ਕੋਈ? ਜੇ ਕੋਈ ਹੋਵੇ ਤਾਂ ਆਵੇ ਨਾ। ਦੁਨੀਆ ਤਰਾ ਤਰਾ ਕਰਦੀ ਪਈ ਹੈ, ਕੋਈ ਸ਼ਕਤੀ ਦਿਖਾਵੇ ਤਾਂ ਸਹੀ, ਮੈਂ ਉਹਦੇ ਪੈਰ ਧੋ ਕੇ ਪੀਊਂਗਾ, ਸੁਖੀ ਕਰਕੇ ਦਿਖਾਏ। ਇਹੀ ਪ੍ਰਚਾਰ ਹੋ ਰਿਹਾ, ਭਾਈ ਬਾਣੀ ਬੜੋ ਨਾਮ ਜਪੋ। ਖੁਦ ਆਪ ਕਰਨਾ ਪਊਗਾ ਤੇ ਅਰਦਾਸ ਮਹਾਰਾਜ ਦੇ ਚਰਨਾਂ 'ਚ ਪ੍ਰਵਾਨ ਹੋਊਗੀ। ਤੇ ਇਸ ਵਾਸਤੇ
ਇਹ ਚੜਾਵੇ ਦਾ ਸਾਧਨ ਨਹੀਂ, ਦੁਨੀਆ ਦੀ ਬਿਪਤਾ ਕੱਟਦੇ ਨੇ ਮਹਾਰਾਜ। ਆਪ ਦਾ ਸੀਸ ਭੇਟਾ ਕਰਕੇ ਦਿੱਲੀ ਦੇ ਚਾਂਦਨੀ ਚੌਂਕ ਦੇ ਵਿੱਚ ਹਿੰਦੂ ਧਰਮ ਨੂੰ ਬਚਾਉਂਦੇ ਨੇ। ਦੇਸ਼ ਉਲਟਿਆ ਜਾ ਰਿਹਾ ਹੈ, ਦੁਨੀਆ ਕੋਈ ਜਾ ਰਹੀ ਹੈ, ਤੇ ਬਾਬੇ ਆਪ ਦੇ ਏਸੀ ਕਮਰਿਆਂ 'ਚ ਨਜ਼ਾਰੇ ਲੈ ਰਹੇ ਨੇ। ਹੁਣ ਫੜਨ ਝੰਡਾ ਕਿਸਾਨਾਂ ਦਾ ਅੱਗੇ ਜਾ ਕੇ ਕਹਿਣ ਵੀ ਅਸੀਂ ਕਿਸਾਨਾਂ ਦੇ ਆਗੂ ਹਾਂ ਜੀ, ਅਸੀਂ ਬਾਬੇ ਹਾਂ, ਸਾਨੂੰ ਗਰਾਹੀ ਦਿਓ। ਹੁਣ ਗਰਾਹੀ ਲੈਣ ਆਉਣ, ਕੋਈ ਆਵੇ ਤਾਂ ਸਹੀ ਅੱਗੇ। ਉਹ ਵਿਚਾਰੇ ਆਪ ਸੜਕਾਂ ਤੇ ਰੋਲ ਰਹੇ ਨੇ, ਕੋਈ ਹੈ ਬਾਬਾ ਸਪੋਰਟ ਕਰਨ ਵਾਲਾ? ਬਿਲਕੁਲ ਗਲਤ ਗੱਲ ਜੀ। ਕਿਸੇ ਦੇਹਧਾਰੀ ਪਖੰਡੀ ਦੇ ਮਗਰ ਨਾ ਲੱਗੋ। ਜੋ ਤੁਸੀਂ ਭੇਟਾ ਕਰਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਾਮ, ਜਿੱਥੇ ਗੁਰੂ ਕਾ ਲੰਗਰ, ਗੁਰੂ ਕੀ ਸੰਗਤ ਦਾ ਭਲਾ ਹੁੰਦਾ, ਉੱਥੇ ਪਬਲਿਕ ਪਲੇਸ ਤੇ ਆਪਦੀ ਮਰਜ਼ੀ ਨਾਲ ਜੋ ਤੁਹਾਡਾ ਦਿਲ ਕਰਦਾ ਉਹ ਦਿਓ। ਅੰਨੇ ਬੰਦੇ ਦੇ ਮਗਰ ਲੱਗਣ ਤੋਂ ਸਾਧ ਸੰਗਤ ਜੀਓ, ਜਿਹੜੇ ਪਦਾਰਥਾਂ ਰੂਪੀ ਚੂਰੀ ਖਾਣ ਦੇ ਆਪ ਲਾਲਚੀ ਨੇ, ਉਹ ਲੋਕਾਂ ਨੂੰ ਕੀ ਗਿਆਨ ਦਾ ਰਸਤਾ ਦੱਸਦੇ ਨੇ, ਦਾਵਾ ਕਰਦੇ ਨੇ। ਉਹ ਆਪ ਵੀ ਨਰਕਾਂ ਦੇ ਖੂਹ 'ਚ ਡਿੱਗਣਗੇ ਤੇ ਦੂਸਰਿਆਂ ਨੂੰ ਵੀ ਡਿੱਗਣਗੇ। ਇਸੇ ਕਰਕੇ ਭਾਈ ਗੁਰਦਾਸ ਜੀ ਨੇ ਲਿਖਿਆ, ਅੰਨਾ ਖੂਹੀ ਠੇਲੇ, ਅੰਦੇ ਹੀ ਨਾ ਆਖੀਆਂ ਨਾ। ਪਰੰਤੂ ਪਰਮਾਰਥੀ ਜੀਵਨ ਵੱਲੋਂ ਇਹੋ ਜਿਹੇ ਪੁਰਖ ਅੰਨੇ ਨਹੀਂ ਆਖੀਦੇ, ਮੁਖ ਲੋਇਣ ਨਾ, ਜਿਨ੍ਹਾਂ ਦੇ ਮੂੰਹ ਦੇ ਉੱਤੇ ਨੇਤਰ ਨਹੀਂ ਹਨ। ਹੁਣ ਰਾਗੀ ਭਾਈ ਲਖਵਿੰਦਰ ਸਿੰਘ ਜੀ ਹਨ, ਮੈਂ ਤਾਂ ਉਹਨਾਂ ਦੇ ਮੂੰਹ ਵਾਲੀ ਵੇਖਦਾ ਰਹਿੰਦਾ ਜਦੋਂ ਕੀਰਤਨ ਕਰਦੇ ਨੇ। ਇੰਨਾ ਕਮਾਲ ਦਾ ਕੀਰਤਨ, ਇੰਨੀ ਸੋਹਣੀ ਸੁਰ ਹੈ ਕਿ ਥੋੜੀ ਵੀ ਸੁਰ ਮਿਸ ਨਹੀਂ ਹੁੰਦੀ, ਪਰ ਦਿਖਦਾ ਹੈ ਨਹੀਂ। ਮਹਾਰਾਜ ਕਹਿੰਦੇ ਨੇ ਉਹਨਾਂ ਪੁਰਸ਼ਾਂ ਨੂੰ, ਰਾਗੀਆਂ ਨੂੰ ਤੁਸੀਂ ਅੰਨੇ ਨਾ ਕਹੋ ਭਾਈ। ਅੰਦੇ ਸੇ ਨਾਨਕਾ, ਅੰਨੇ ਤਾਂ ਉਹ ਕਹੇ ਜਾਂਦੇ ਹਨ ਅਸਮੋਹ ਕੁੱਥੇ ਜਾਏ, ਜਿਹੜੇ ਮਾਲਕ ਪਰਮੇਸ਼ਰ ਨੂੰ ਭੁੱਲ ਜਾਂਦੇ ਨੇ। ਭਾਵ ਜਿਹੜੇ ਅੱਖਾਂ ਦੀਆਂ ਹੁੰਦੀਆਂ ਪਰਮੇਸ਼ਰ ਤੋਂ ਬੇਮੁਖ ਹਨ। ਅੱਲਾ ਦੂਜਾ, ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਫਰਮਾਨ ਕਰਦੇ ਨੇ, ਸਾਹਿਬ ਅੰਦਾ ਜੋ ਕੀਆ। ਇੱਥੇ ਸਿਆਰੀ ਹਾਹੇ ਨੂੰ ਨਹੀਂ ਹੈ, ਬੱਬੇ ਨੂੰ ਹੈ, ਜੋ ਕਿ ਬਿਲਕੁਲ ਸ਼ੁੱਧ ਹੈ ਪੁਰਾਤਨ ਬੀੜਾਂ ਦੇ ਮੁਤਾਬਕ। ਤੇ ਅੱਜ ਕੱਲ੍ਹ ਦੀਆਂ ਬੀੜਾਂ 'ਚ ਹਾਹੇ ਨੂੰ ਸਿਆਰੀ ਪਾ ਦਿੱਤੀ ਹੈ, ਪਰ ਜੋ ਪੁਰਾਤਨ ਚੱਲਿਆ ਹੁੰਦਾ ਬੱਬੇ ਨੂੰ ਸਹਾਰੀ ਹੋਣ ਕਰਕੇ ਆਪਾਂ ਸਾਹਿਬ ਹੀ ਬੋਲਾਂਗੇ। ਜਿਹੜਾ ਪੁਰਖ ਸਾਹਿਬ ਮਾਲਕ ਪਰਮੇਸ਼ਰ ਨੇ ਪੂਰਬਲੇ ਕਰਮਾਂ ਅਨੁਸਾਰ ਅੰਨਾ ਪਾਪ ਪ੍ਰਤੱਖ ਤੇ ਜਾਂ ਅੰਤਰੀਵ ਨੇਤਰਾਂ ਤੋਂ ਹੀਣਾ ਕੀਤਾ ਹੈ, ਹਰੇ ਸੁਜਾਖਾ ਹੋਏ। ਪਰ ਜੇਕਰ ਪਰਮੇਸ਼ਰ ਮਿਹਰ ਦੀ ਦ੍ਰਿਸ਼ਟੀ ਕਰੇ ਤਾਂ ਹੀ ਉਹ ਪੁਰਖ ਸੁਜਾਖਾ ਮੁਨਾਖਾ ਹੋ ਸਕਦਾ ਹੈ। ਦੇਹਾ ਜਾਣੈ ਤੇ ਹੋ ਵਰਤੈ, ਅੰਨਾ ਪੁਰਖ ਜਿਹੋ ਜਿਹਾ ਮਨ ਵਿੱਚ ਜਾਣਦਾ ਉਹੋ ਜਿਹਾ ਵਰਤਾਰਾ ਵਰਤਦਾ ਹੈ। ਜੇ ਸੋ ਆਖੈ ਕੋ, ਜੇਕਰ ਕੋਈ ਸੈਂਕੜੇ ਦਫਾ ਕਹੇ ਤਾਂ ਵੀ ਕਿਸੇ ਦਾ ਕਹਿਣਾ ਨਹੀਂ ਮੰਨਦਾ, ਜਾਂ ਸਿਆਣਾ ਪੁਰਖ ਚੰਗੀਆਂ ਗੱਲਾਂ ਆਖੇ ਤਾਂ ਕਿਸੇ ਦਾ ਵੀ ਨਹੀਂ ਮੰਨਦਾ। ਜਿਵੇਂ ਮਨ ਕਹਿੰਦਾ ਉਵੇਂ ਕਰਦਾ ਹੈ। ਇਸੇ ਪ੍ਰਕਾਰ ਜਿਹਾ ਜਾਣੈ ਦੇਹੁ ਵਰਤੈ, ਅਗਿਆਨੀ ਜੀਵ ਜਿਹੋ ਜਿਹਾ ਜਾਣਦਾ, ਜਿਹੋ ਜਿਹਾ ਸਮਝਦਾ ਉਹੋ ਜਿਹਾ ਵਰਤਦਾ ਹੈ। ਜੇ ਸੋ ਆਖੈ ਕੋ, ਜੇਕਰ ਕੋਈ ਸੈਂਕੜੇ ਦਫਾ ਕਹੇ ਭਾਵ ਸਿੱਖਿਆ ਦੇਵੇ ਫਿਰ ਵੀ ਅਗਿਆਨੀ ਜੀਵ ਨਹੀਂ ਮੰਨਦਾ। ਇਸੇ ਪ੍ਰਕਾਰ ਜਿਹਾ ਜਾਣੈ ਦੇਹੁ ਵਰਤੈ, ਗੁਰਮੁਖ ਜਿਹੋ ਜਿਹਾ ਸਮਾਂ ਜਾਣਦਾ ਤਿਹੋ ਜਿਹਾ ਹੋ ਕੇ ਵਰਤਦਾ ਹੈ। ਜੇ ਸੋ ਆਖੈ ਕੋ, ਜੇਕਰ ਕੋਈ 100 ਦਫਾ ਕਹੇ ਤਾਂ ਕਿਸੇ ਵੀ ਮਨਮੁਖ ਦਾ ਉਹ ਕਹਿਣਾ ਨਹੀਂ ਮੰਨਦਾ ਹੈ। ਜਿੱਥੈ ਸੋ ਵਾਸਨਾ ਜਾਪਾਈ, ਜਿੱਥੇ ਸਤ ਸੰਗਤ ਦੇ ਵਿੱਚ ਆਤਮਿਕ ਆਨੰਦ ਰੂਪੀ ਵਸਤੂ ਹੈ ਉਸ ਵਸਤੂ ਨੂੰ ਜਾਣਦਾ ਹੀ ਨਹੀਂ ਹੈ। ਆਪੇ ਵਰਤਾਉ ਜਾਣਾ, ਉਹ ਆਪ ਹੀ ਗਿਆਤਾ ਗੇ ਹੋ ਕੇ ਵਰਤਦਾ ਫਿਰਦਾ ਹੈ। ਇਸੇ ਪ੍ਰਕਾਰ ਜਿੱਥੈ ਸੋ
ਵਾਸਨਾ ਜਾਪਈ। ਜਿੱਥੇ ਅਸਲੀ ਵਸਤੂ ਜਾਣੀ ਦੀ ਨਹੀਂ, ਉਥੇ ਅਣਜਾਣ ਪੁਰਖ ਆਪੇ ਵਰਤਾਉ ਜਾਣ। ਆਪਣੀ ਮਤ ਅਨੁਸਾਰ ਵਰਤਦਾ ਹੈ, ਜਿਵੇਂ ਉਹ ਜਾਣਦਾ ਹੈ ਉਹ ਅਣਜਾਣ। ਇਸੇ ਪ੍ਰਕਾਰ ਸੋ ਵਾਸਨਾ ਜਾਪਈ। ਜਿਸ ਪੁਰਖ ਦੇ ਹਿਰਦੇ ਵਿੱਚ ਸ੍ਰੇਸ਼ਟ ਨਾਮ ਜਾਂ ਸ੍ਰੇਸ਼ਟ ਆਤਮਿਕ ਵਸਤੂ ਨਹੀਂ ਜਾਣੀਦੀ, ਆਪੇ ਵਰਤਾਉ ਜਾਣ। ਉਥੇ ਜਾਣਨਾ ਕਰੋ ਕਿ ਆਪਾ ਭਾ ਵਰਤਦਾ ਹੈ। ਨਾਨਕ ਗਾਹਕ ਕਿਉ ਲਾਏ। ਸਤਿਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਫਰਮਾਉਂਦੇ ਨੇ ਕਿ ਉਹ ਖਰੀਦਦਾਰ ਜਗਿਆਸੂ ਅਧਿਕਾਰੀ ਹੋ ਕੇ ਪਰਮੇਸ਼ਰ ਨੂੰ ਕਿਵੇਂ ਲਵੇ, ਕਿਵੇਂ ਪ੍ਰਾਪਤ ਕਰੇ। ਸਕੈ ਨ ਵਾਸਤ ਪਛਾਣ। ਜਿਹੜਾ ਆਤਮਿਕ ਵਸਤੂ ਨੂੰ ਪਹਿਚਾਣਦਾ ਨਹੀਂ, ਪਹਿਚਾਣ ਨਹੀਂ ਸਕਿਆ, ਜਾਣ ਨਹੀਂ ਸਕਿਆ। ਮਹਲਾ ਦੂਜਾ। ਕਈ ਪੁਰਾਤਨ ਸਰੂਪਾਂ 'ਚ ਇੱਥੇ ਮਹਲਾ ਦੂਜਾ ਨਹੀਂ ਲਿਖਿਆ ਹੋਇਆ ਹੈ। ਸੋ ਕਿਉ ਅੰਧਾ ਆਖੀਐ। ਪਰ ਹੈ ਦੂਜੇ ਪਾਤਸ਼ਾਹ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਹੀ ਸ਼ਬਦ। ਮਹਾਰਾਜ ਕਹਿੰਦੇ ਉਸ ਨੂੰ ਕਿਵੇਂ ਅੰਨਾ ਕਹਿਣਾ ਕਰੀਏ। ਜੇ ਹੁਕਮ ਹੋ ਅੰਧਾ ਹੋ। ਜਿਹੜਾ ਪੁਰਖ ਗੁਰਾਂ ਜਾਂ ਵਾਹਿਗੁਰੂ ਦੇ ਹੁਕਮ ਕਰਕੇ ਨੇਤਰਹੀਣ ਹੁੰਦਾ ਹੈ। ਨਾਨਕ ਹੁਕਮ ਨਾ ਪੁੱਜਾਈ। ਸਤਿਗੁਰੂ ਅੰਗਦ ਦੇਵ ਜੀ ਮਹਾਰਾਜ ਕਥਨ ਕਰਦੇ ਨੇ ਕਿ ਜਿਹੜਾ ਪੁਰਖ ਗੁਰਾਂ ਦੁਆਰਾ ਵਾਹਿਗੁਰੂ ਦੇ ਹੁਕਮ ਬਾਣੀ ਨੂੰ ਨਹੀਂ ਬੁੱਝਦਾ, ਨਹੀਂ ਸਮਝਦਾ, ਅੰਧਾ ਕਹੀਐ ਸੋਇ। ਉਸੇ ਨੂੰ ਹੀ ਅੰਨਾ ਕਹੀਦਾ ਹੈ। ਪੌੜੀ। ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਉਚਾਰ ਰਹੇ ਹਨ। ਕਾਇਆ ਅੰਦਰ ਗਾੜ ਕੋਟ ਹੈ। ਮਨੁੱਖਾ ਦੇ ਰੂਪ ਕਿਲੇ ਦੇ ਅੰਦਰ ਸੂਖਮ ਸਰੀਰ ਰੂਪ ਕਿਲਾ ਉਸਰਿਆ ਹੋਇਆ ਹੈ। ਇਸੇ ਪ੍ਰਕਾਰ ਕਾਇਆ ਅੰਦਰ ਗਾੜ ਕੋਟ ਹੈ। ਸੂਖਮ ਸਰੀਰ ਰੂਪ ਕਿਲੇ ਦੇ ਚਾਰ ਸਫੇਰੇ ਸਤੂਲ ਸਰੀਰ ਰੂਪੀ ਕੋਟ ਹੈ। ਸਭ ਦੇ ਸੰਤਰ ਦੇਸਾ। ਇਸ ਦੇ ਅੰਦਰ ਪਰਮੇਸ਼ਰ ਆਪ ਤੇ ਸਾਰੀਆਂ ਦੇਸ਼ਾਂ ਦੇਸ਼ਾਂਤਰਾਂ ਵਿੱਚ ਵੀ ਪਰਿਪੂਰਨ ਹੈ। ਇਸੇ ਪ੍ਰਕਾਰ ਸਭ ਕਾਇਆ ਅੰਦਰ ਗੜ ਕੋਟ ਹੈ। ਈਸ਼ਰ ਦੀ ਵਿਰਾਟ ਰੂਪ ਦੇਹ ਦੇ ਅੰਦਰ ਕੋਟ ਅਤੇ ਕਿਲੇ ਬਣੇ ਹੋਏ ਹਨ। ਸਭ ਦੇ ਸੰਤਰ ਦੇਸਾ। ਅਤੇ ਸਾਰੀਆਂ ਦਿਸ਼ਾਵਾਂ ਦੇ ਵਿੱਚ ਵੀ ਤੇ ਦੇਸ਼ਾਂ ਅੰਦਰ ਵੀ ਆਪ ਹੀ ਵਾਹਿਗੁਰੂ ਪਰਿਪੂਰਨ ਹੈ। ਆਪੇ ਤਾੜੀ ਲਾਈਆਂ ਨਾ। ਤਾੜੀ ਨਾਮ ਹੈ ਸਮਾਧੀ ਦਾ। ਜਦ ਪਰਮੇਸ਼ਰ ਨੇ ਬ੍ਰਹਿਮੰਡ ਨੂੰ ਭਖਣ ਕੀਤਾ ਸੀ, 36 ਯੁੱਗ ਵਰਤੇ ਗੁਬਾਰੇ, ਤਾੜੀ ਲਾਈ ਅਪਰ ਅਪਾਰੈ। ਧੁੰਦੂ ਕਾ ਨਿਰਾਲਮ ਬੈਠਾ ਨਾ ਤਾਂ ਤਦ ਪਸਾਰਾ ਹੈ। ਉਦੋਂ ਆਪ ਹੀ ਸਮਾਧੀ ਲਗਾਈ ਹੋਈ ਸੀ। ਸਭ ਮਹਿ ਪਰਵੇਸਾ। ਪਰ ਫਿਰ ਆਪ ਹੀ ਸਾਰਿਆਂ ਵਿੱਚ ਪ੍ਰਵੇਸ਼ ਹੋ ਗਿਆ। ਇਹ ਪਹਿਲਾ ਅਰਥ ਹੈ। ਹੁਣ ਦੂਸਰਾ ਅਰਥ ਸਰਵਣ ਕਰੋ। ਕਾਇਆ ਅੰਦਰ ਗੜ ਕੋਟ ਹੈ। ਦੇਹ ਰੂਪੀ ਕੋਟ ਕਿਲੇ ਦੇ ਅੰਦਰ 10ਵਾਂ ਦਵਾਰ ਰੂਪੀ ਗੜ ਕਿਲਾ ਹੈ। ਜਾਂ ਇਸੇ ਪ੍ਰਕਾਰ ਕਾਇਆ ਅੰਦਰ ਗੜ ਕੋਟ ਹੈ। ਦੇਹ ਦੇ ਅੰਦਰ ਗੜਾਕੀ ਸਥਾਨ 10ਵਾਂ ਦਵਾਰ ਰੂਪੀ ਕਿਲਾ ਹੈ। ਸਭ ਦਿਸੰਤਰ ਦੇਸਾ। ਸਾਰੀਆਂ ਪ੍ਰਮਾਣ ਵਿਪਰਜੇ ਨਿੰਦਰਾਦਿਕ ਬਿਰਤੀਆਂ ਰੂਪ ਦੇ ਸੰਤਰ ਤੇ ਸਾਰੇ ਅੰਗਾਂ ਦੇ ਦੇਸ਼ ਬਣੇ ਹੋਏ ਹਨ। ਇਸੇ ਪ੍ਰਕਾਰ ਸਭ ਦਿਸੰਤਰ ਦੇਸਾ। ਹਿਰਦਾ ਆਤਮਾ ਦੇਸਾ ਨਿਜ ਸਥਾਨ
ਤੇ ਸਾਰੇ ਦੇਸ਼ਾਂਤਰ ਇੰਦਰੇ ਹਨ। ਇਸੇ ਪ੍ਰਕਾਰ ਸਭ ਦੇਸ਼ਾਂਤਰ ਦੇਸਾ ਦੇਸ਼ਾਂ ਭਾਵ ਅੰਤःਕਰਨ ਤੇ ਦਸ਼ਾਂਤਰ ਭਾਵ ਇੰਦਰੀ ਨੇ, ਜੋ ਸਾਰੇ ਦੇਸ਼ਾਂ ਦੇਸ਼ਾਂਤਰਾਂ ਕਿਲਿਆਂ ਦੇ ਕੋਟਾਂ ਵਿੱਚ ਵਿਆਪਕ ਹੈ। ਉਹ ਪਰਮੇਸ਼ਰ ਹੀ ਦੇਹ ਦੇ ਅੰਦਰ ਹੈ। ਆਪੇ ਤਾੜੀ ਲਾਈਆਂ ਨਾ ਆਪੇ ਹੀ 10ਵੇਂ ਦੁਆਰ ਵਿੱਚ ਜੋਗੀ ਬਣ ਕੇ ਸਮਾਧੀ ਲਗਾਉਣ ਵਾਲਾ ਹੈ। ਸਭ ਮਹਿ ਪਰਵੇਸਾ ਆਪ ਹੀ ਆਪਣੀ ਚੇਤਨ ਸੱਤਾ ਰੂਪ ਜੋਤ ਸਾਰਿਆਂ 'ਚ ਪ੍ਰਵੇਸ਼ ਕਰਨੇ ਵਾਲਾ ਹੈ। ਇਹ ਦੂਜਾ ਅਰਥ ਸੀਗਾ। ਹੁਣ ਤੀਸਰਾ ਅਰਥ ਸਰਵਣ ਕਰੋ। ਕਾਇਆ ਅੰਦਰ ਗੜ ਕੋਟ ਹੈ। ਜਿਤਨਾ ਕਾਇਆ ਬੁੱਧੀ ਦੇ ਅੰਦਰ ਸੰਸਾਰ ਗੜ ਘੜਿਆ ਹੋਇਆ, ਇਹ ਸਾਰਾ ਅਗਿਆਨ ਦਾ ਕੋਟ ਕਿਲਾ ਹੈ। ਇਸੇ ਪ੍ਰਕਾਰ ਕਾਇਆ ਅੰਦਰ ਗੜ ਕੋਟ ਹੈ। ਜਿਤਨਾ ਬੁੱਧੀ ਦੇ ਅੰਦਰ ਸੰਸਾਰ ਘੜਿਆ ਹੋਇਆ ਹੈ, ਇਹ ਸਾਰਾ ਅਗਿਆਨ ਦਾ ਕਿਲਾ ਹੈ। ਜਾਂ ਇਸ ਵਿੱਚ ਆਕਿਸਤਾਨ ਕਿਲਾ ਮਨ ਹੈ। ਸਾਰੀਆਂ ਦਿਸ਼ਾਵਾਂ ਰੋ ਵਿਰਤੀਆਂ ਨੇ ਤੇ ਪਾਤਸ਼ਾਹ ਫਰਮਾਉਂਦੇ ਨੇ ਸਭ ਦੇਸ਼ਾਂਤਰ ਦੇਸਾ। ਬਿਰਤੀਆਂ ਰੂਪ ਦਿਸ਼ਾਵਾਂ ਨੇ ਤੇ ਸਾਰੇ ਅੰਗ ਦੇਸ਼ ਦੀ ਤਰ੍ਹਾਂ ਹਨ। ਆਪੇ ਤਾੜੀ ਲਾਈਆਂ, ਤਾੜੀ ਨਾਮ ਹੈ ਸਮਾਧੀ ਦਾ। 36 ਜੋਗ ਵਰਤੇ ਗੁਬਾਰੈ, ਤਾੜੀ ਲਾਈ ਅਪਰ ਅਪਾਰੈ। ਤੁੰਦੂ ਕਾਲ ਨਿਰਾਲਮ ਬੈਠਾ, ਨਾ ਤਦ ਤੰਦ ਪਸਾਰਾ ਹੈ। ਆਪ ਹੀ ਗੁਪਤ ਹੋਣ ਰੂਪ ਨਿਰਗੁਣ ਸਰੂਪ ਦੇ ਵਿੱਚ ਵਾਹਿਗੁਰੂ ਜੀ ਨੇ ਸਮਾਧੀ ਲਗਾਉਣਾ ਕੀਤੀ ਹੈ। ਸਭ ਮਹਿ ਪਰਵੇਸਾ, ਅਤੇ ਆਪ ਹੀ ਸਾਰਿਆਂ ਵਿੱਚ ਸਾਖੀ ਰੂਪ ਹੋ ਕੇ ਪ੍ਰਵੇਸ਼ ਹੋਇਆ ਹੈ। ਆਪੇ ਸ੍ਰੇਸ਼ਟ ਸਾਜੀਆਂ, ਏਕਾ ਮਾਈ ਜੁਗਤ ਵਿਆਈ। 3 ਚੇਲੇ ਪ੍ਰਮਾਣ, ਇੱਕ ਸੰਸਾਰੀ ਇੱਕ ਭੰਡਾਰੀ, ਇੱਕ ਲਾਏ ਦੀ ਬਾਣ। ਪਰਮੇਸ਼ਰ ਨੇ ਆਪ ਹੀ ਮਾਇਆ ਸਬਲ ਹੋ ਕੇ ਸ੍ਰਿਸ਼ਟੀ ਸਾਜਨਾ ਕੀਤੀ ਹੈ। ਆਪ ਗੁਪਤ ਰਖੇਸਾ, ਅਤੇ ਆਪ ਹੀ ਆਪਣੇ ਨਿਰਗੁਣ ਸਰੂਪ ਨੂੰ ਇੰਜ ਗੁਪਤ ਰੱਖਿਆ ਹੋਇਆ ਹੈ ਜਿਵੇਂ ਸਗਲ ਬਨਸਪਤ ਮੈਂ ਬੈਸੰਤਰ। ਜਿਵੇਂ ਸਾਰੀ ਬਨਸਪਤੀ ਵਿੱਚ ਅੱਗ ਗੁਪਤ ਹੈ। ਸਗਲ ਦੂਧ ਮੈਂ ਘੀਆ, ਕਾਹੇ ਰੇ ਬਨ ਖੋਜਨ ਜਾਈ। ਸਰਬ ਨਿਵਾਸੀ ਸਦਾ ਅਲੇਪਾ, ਤੋ ਹੀ ਸੰਗ ਸਮਾਈ ਰਹਾਉ। ਉਹ ਮਦ ਜਿਉ ਬਾਸ ਬਸਤ ਹੈ, ਮੁਕਰ ਮਾਹੀ ਜੈਸੀ ਸ਼ਾਈ। ਤੈਸੇ ਹੀ ਹਰ ਬਸੇ ਨਿਰੰਤਰ, ਘਟ ਹੀ ਖੋਜੋ ਭਾਈ। ਜਿਵੇਂ ਫੁੱਲਾਂ 'ਚ ਸੁਗੰਧੀ ਵਸਦੀ ਹੈ, ਸ਼ੀਸ਼ੇ ਵਿੱਚ ਪ੍ਰਤੀਬਿੰਬ ਵਸਦਾ ਹੈ, ਇਸੇ ਤਰ੍ਹਾਂ ਸਗਲ ਬਨਸਪਤ ਮੈਂ ਬੈਸੰਤਰ, ਸਗਲ ਦੂਧ ਮੈਂ ਕੀਆ। ਊਚ ਨੀਚ ਮੈਂ ਜੋਤ ਸਮਾਣੀ, ਘਟ ਘਟ ਮਧ ਹੋਜੀਆ। ਸਾਰੀ ਬਨਸਪਤੀ ਵਿੱਚ ਅੱਗ ਗੁਪਤ ਹੈ, ਸਾਰੇ ਦੁੱਧ ਵਿੱਚ ਘਿਓ ਗੁਪਤ ਹੈ। ਇਸ ਤਰ੍ਹਾਂ ਉੱਚੇ ਨਿਭੇ ਜੀਵਾਂ ਜਨਤਾਂ ਦੇ ਵਿੱਚ ਤੂੰ ਹੇ ਵਾਹਿਗੁਰੂ, ਤੂੰ ਹਿਰਦੈ ਗੁਪਤ ਵਸੈ ਦਿਨ ਰਾਤੀ। ਤੇਰਾ ਭਾਉ ਨ ਬੁਝੈ ਗੁਬਾਰੀ। ਸਭਨਾ ਵਿੱਚ ਤੂੰ ਗੁਪਤ ਰੂਪ ਹੋ ਕਰਕੇ ਵਰਤ ਰਿਹਾ ਹੈ। ਆਪ ਗੁਪਤ ਰਖੇਸਾ, ਆਪ ਹੀ ਆਪਣੇ ਨਿਰਗੁਣ ਸਰੂਪ ਨੂੰ ਤੂੰ ਗੁਪਤ ਰੱਖਿਆ ਹੈ। ਗੁਰ ਸੇਵਾ ਤੇ ਜਾਣਿਆ, ਗੁਰਮੁਖ ਜਨਾਂ ਨੇ
गुरां दी सेवा करन तो ही परमेश्वर नूं जाणिया है। सच प्रगटी ऐसा, इसे करके सच्चा ईश्वर परमेश्वर गुरमुख जनां दे हिरदे विच प्रगट प्रतख होया है। पिंडां वाले महापुरख संत बाबा बिशन सिंह जी मुराले वाले अमृत वेले की कथा तो उपरंत एकांतवास भजन बंदगी विच गुजारदे। महापुरख बाबा सुंदर सिंह जी गड़वई रूप दे विच जल लैके नज़दीक बैठे रहिंदे। जदों जल की लोड़ हुंदी जल वरताउंदे, नहीं तो भी भजन करते रहिंदे। एक बार ऐसी समाधि जुड़ी बाबा सुंदर सिंह साहब जी दी कि 4 चफेरे श्री गुरु नानक देव महाराज नूं प्रगट प्रतख कर लिया। बाबा बिशन सिंह जी समाधि तो उठान होए, उन्हां देखिया तां सिर हेठां ते पैर उपर नूं कपालभाती आसन ला के उत्थे खड़ो गए। जद कुछ समा गुजरिया ते उच्ची आवाज़ विच गया, बाबा सुंदर सिंह जी तुसी ये पावन स्वरूप अपने हिरदे विच लुको लवो, क्योंकि मैं पैर कित्थे रखा, पैर रखने की जगह ही कोई नहीं बची। ऐसा महापुरखों का जीवन हुंदा है। फिर शिक्षा दी कि हिरदे विच ये ज्ञान लुको के रखो, मुख विच भगती करो, वरतों में हार वैराग वाला होवे। सो ये सब कुछ गुरां दी सेवा तो जानिया जांदा। सच्चा ईश्वर गुरमुख जनां दे हिरदे विच प्रगट होया है। सब किश सचो सच है, गुर सोझी पाई। जिन्हां दे हिरदे विच गुरां ने ज्ञात पाई है, उन्हां नूं सब कुछ सचो सच ही दृष्टि विच आउंदा है। सच्चे तेरे खंड, सच्चे ब्रह्मंड, सच्चे तेरे लोह, सच्चे आकार, सच्चे तेरे कर्ण, सर्व विचार। इयों सब किश सचो सच है। गुरमुख जन सच्चे दा सरवण करते हैं, सच्चे दा मनन करते हैं। इसे करके उन्हां दी दृष्टि विच सब कुछ सच्चा ही सच्चा है। गुर सोझी पाई। पर गुरमुखां ने ये गुर सिक्ख्या द्वारा समझ पाई है। वाहो वाहो सच्चे पातशाह। श्री गुरु हरगोबिंद साहब महाराज के हुक्म मुताबिक ये पंक्ति पढ़नी लाजमी है। हरेक पौड़ी की समाप्ति ते अरदास करिए, ये सच्चे पातशाह तू आश्चर्य अते विस्माद स्वरूप है। तू सच्ची नाई अते तू आप ही सच्ची महिमा वाला, सच्ची आवाज़ वाला है। कृपा कर आप दी सच्ची महिमा, सच्ची वडियाई बख्श। विसर नाही दातार, अपना नाम देहो। गुण गावां दिन रात, नानक चाओ एहो। ये साडे मन में चाह उत्साह बनिया रहे जी। भुल चुक माफ़ करनी, अगे तो समत बख्शने। सब किश सचो सच है, गुर सोझी पाई। वाहो वाहो सच्चे पातशाह तू सच्ची नाई। वाहिगुरु जी का खालसा, वाहिगुरु जी की